ਨੈਸ਼ਨਲ ਸਿੱਖ ਕੰਪੇਨ ਦੇ ਬਾਰੇ 'ਚ ਗੱਲ ਕਰਨੀ ਚਾਹਾਂਗਾ। ਜਿਹੜੇ ਨਤੀਜੇ ਔਰ ਉਹਦੇ ਜਿਹੜੇ ਢੰਗ ਤਰੀਕੇ ਸੀ ਉਹ ਕਿਵੇਂ ਰਹੇ, ਕਿੰਨੇ ਕੁ ਸਕਸੈਸਫੁਲ ਰਹੇ, ਕਿੰਨੇ ਕੁ ਆਉਣ ਵਾਲੇ ਸਮੇਂ 'ਚ ਉਹ ਢੰਗ ਤਰੀਕੇ ਜਿਹੜੇ ਉਹ ਬਦਲਣ ਦੀ ਜ਼ਰੂਰਤ ਹੈ, ਉਹਦੇ ਉੱਤੇ ਆਪਾਂ ਚਰਚਾ ਕਰੀਏ। ਕੀ ਕਹੋਗੇ ਨੈਸ਼ਨਲ ਸਿੱਖ ਕੰਪੇਨ? ਬਿਲਕੁਲ ਜੀ। ਪਹਿਲੀ ਗੱਲ ਤਾਂ ਕਿ ਜਿਹੜੀ ਇਹ ਆਪਾਂ ਜਿਹੜੀਆਂ 3 ਟੀਮਾਂ ਹਾਇਰ ਕੀਤੀਆਂ ਸੀਗੀਆਂ, ਪ੍ਰੈਜ਼ੀਡੈਂਟ ਓਬਾਮਾ ਦੀ ਮੀਡੀਆ ਟੀਮ AKPD ਜੀ, ਤੇ FP1 ਜਿਹੜੀ ਕਿ ਪ੍ਰੈਜ਼ੀਡੈਂਟ ਬੁਸ਼ ਦੀ ਮਾਰਕੀਟਿੰਗ ਟੀਮ ਸੀ, ਤੇ ਨਾਲ ਹਿਲਰੀ ਕਲਿੰਟਨ ਲਈ ਕੰਮ ਕਰ ਰਹੀ ਜਿਹੜੀ ਸਟ੍ਰੈਟਜੀ ਟੀਮ ਸੀਗੀ, ਜਿਹੜੀ ਕਿ ਇਸ ਵੇਲੇ ਡੈਮੋਕ੍ਰੈਟਿਕ ਪਾਰਟੀ ਦੀ ਸਾਰੀ ਬ੍ਰਾਂਡਿੰਗ ਕਰਨ ਲਈ ਕੰਮ ਕਰ ਰਹੀ ਹੈ, ਹਾਰਟ ਰਿਸਰਚ ਐਸੋਸੀਏਟਸ। ਇਹਨਾਂ 3 ਕੰਪਨੀਆਂ ਨੂੰ ਆਪਾਂ ਹਾਇਰ ਕੀਤਾ ਸੀ। ਇਹਨਾਂ 3 ਕੰਪਨੀਆਂ ਨੇ ਉਹ ਐਡਸ ਤਿਆਰ ਕੀਤੀਆਂ, ਫਿਰ ਉਹ ਐਡਸ ਟੈਸਟ ਕੀਤੀਆਂ ਗਈਆਂ, 600 ਬੰਦਿਆਂ ਨੂੰ ਦਿਖਾਈਆਂ ਗਈਆਂ। ਪਹਿਲਾਂ 1800 ਅਮਰੀਕਨਸ ਨੂੰ ਇੰਟਰਵਿਊ ਕਰਕੇ ਉਹਨਾਂ ਤੋਂ ਪਤਾ ਕੀਤਾ ਗਿਆ ਕਿ ਕਿਹੜੀਆਂ ਚੀਜ਼ਾਂ ਉਹਨਾਂ ਨੂੰ ਸਿੱਖ ਧਰਮ ਦੀਆਂ ਪਸੰਦ ਨੇ। ਉਹਨਾਂ ਦੇ ਬੇਸ ਤੇ ਐਡਸ ਬਣਾਈ, ਫਿਰ ਐਡਸ ਨੂੰ ਟੈਸਟ ਕੀਤਾ ਗਿਆ ਵੀ ਐਡ ਇਫੈਕਟਿਵ ਹੋਏਗੀ ਕਿ ਨਹੀਂ ਹੋਏਗੀ। ਫਿਰ ਜਦੋਂ ਉਹਦੀ ਇਫੈਕਟਿਵਿਟੀ ਪਤਾ ਲੱਗ ਗਈ, ਜਿਹਦੇ ਵਿੱਚ ਪਹਿਲਾਂ ਜਦੋਂ ਉਹ ਐਡ ਦਿਖਾਈ ਸੀ ਤੇ ਉਹਨਾਂ ਨੂੰ ਪੁੱਛਿਆ ਗਿਆ ਸੀ ਵੀ ਡੂ ਯੂ ਨੋ ਕਿ ਸਿੱਖੀਜ਼ਮ ਕੋਈ ਧਰਮ ਹੈ ਜਾਂ ਕੀ ਹੈ। 19% ਨੇ ਕਿਹਾ ਕਿ ਇਹ ਇੰਡੀਪੈਂਡੈਂਟ ਧਰਮ ਹੈ, 81% ਕਹਿੰਦੇ ਜੀ ਇਟ ਇਜ਼ ਪਾਰਟ ਆਫ ਇਸਲਾਮ। ਹੁਣ ਫਿਰ ਉਸੇ ਗਰੁੱਪ ਨੂੰ ਉਹ ਐਡ ਦਿਖਾਈ ਗਈ ਤੇ ਪੁੱਛਿਆ ਗਿਆ ਵੀ ਕਿਹੜੀ ਚੀਜ਼ ਤੁਹਾਨੂੰ ਨੈਕਸਟ ਡੇ ਯਾਦ ਰਹੀ ਇਸ ਐਡ ਦੇਖਣ ਤੋਂ ਬਾਅਦ। ਉਹਨਾਂ ਨੇ ਕਿਹਾ ਜੀ ਸਾਨੂੰ ਹੁਣ ਪਤਾ ਲੱਗ ਗਿਆ ਕਿ ਇਹ ਜਿਹੜੇ ਪੱਗ ਵਾਲੇ ਨੇ ਜਾਂ ਸਿੱਖੀਜ਼ਮ ਹੈ ਇੰਡੀਪੈਂਡੈਂਟ ਧਰਮ ਹੈ। ਸੋ ਸਾਡਾ ਟਾਰਗੇਟ ਸੈੱਟ ਹੋ ਗਿਆ। ਫਿਰ ਅਸੀਂ ਹੁਣ ਇਹ ਐਡ ਚਲਾਉਣੀ ਸੀਗੀ CNN ਦੇ ਉੱਤੇ, ਫੌਕਸ ਦੇ ਉੱਤੇ। ਤੇ ਜਿਹੜਾ ਅਸੀਂ ਸ਼ੁਰੂ ਤੋਂ ਹੀ ਸਾਰੇ ਜਿੱਥੇ ਕਿਤੇ ਵੀ ਫੰਡਰੇਜ਼ਰਸ ਹੋਏ ਸਾਰਿਆਂ ਨੂੰ ਦੱਸਦੇ ਰਹੇ ਹਾਂ ਕਿ ਅਸੀਂ ਛੋਟੇ ਸਮੇਂ ਲਈ CNN ਤੇ ਫੌਕਸ ਤੇ ਚਲਾਵਾਂਗੇ ਤੇ ਬਹੁਤਾ ਸਮਾਂ 1 ਮਹੀਨਾ ਬੰਬਾਰਡ ਕਰਾਂਗੇ ਫ੍ਰੈਜ਼ਨੋ ਸ਼ਹਿਰ ਦੇ ਵਿੱਚ, ਕਿਉਂਕਿ ਫ੍ਰੈਜ਼ਨੋ ਸ਼ਹਿਰ ਦੇ ਵਿੱਚ 7-8 ਅਟੈਕ ਹੋ ਚੁੱਕੇ ਸੀ ਤੇ ਇੱਕ ਬਜ਼ੁਰਗ ਨੂੰ ਮਾਰ ਵੀ ਦਿੱਤਾ ਗਿਆ ਸੀਗਾ। ਸੋ ਅਸੀਂ ਉਹਦਾ ਕਾਰਨ ਇਹ ਹੈ ਵੀਰ ਜੀ ਕਿ ਜਿਹੜੇ ਸਾਡੀਆਂ 3 ਕੰਪਨੀਆਂ ਨੇ ਸਾਨੂੰ ਇਹ ਕਿਹਾ ਸੀਗਾ ਕਿ ਜਿਹੜੀ ਐਡ ਜਦੋਂ ਤੁਸੀਂ ਚਲਾਉਂਦੇ ਹੋ ਕਿਤੇ ਵੀ, ਜੇ ਤੁਹਾਨੂੰ ਉਸ ਤੋਂ ਪਹਿਲਾਂ ਦਾ ਨਹੀਂ ਕੁਝ ਪਤਾ ਤੇ ਬਾਅਦ ਚ ਨਹੀਂ ਪਤਾ ਲੱਗਦਾ ਤੇ ਫਿਰ ਐਡ ਚਲਾਈ ਦਾ ਕੋਈ ਫਾਇਦਾ ਨਹੀਂ। ਕੋਈ ਫਾਇਦਾ ਨਹੀਂ। ਜੋ ਵੀ ਅਸੀਂ ਕੰਮ ਕਰਦੇ ਹਾਂ ਉਹਦੀ ਕੋਈ ਮੈਜ਼ਰੇਬਿਲਿਟੀ ਹੁੰਦੀ ਹੈ ਜਾਂ ਉਹਦੀ ਕੋਈ ਅਕਾਊਂਟੇਬਿਲਿਟੀ ਹੁੰਦੀ ਹੈ ਵੀ ਆਹ ਤੁਸੀਂ ਜੇ $10 ਲਗਾਏ ਨੇ ਤੇ ਤੁਹਾਨੂੰ ਰਿਟਰਨ ਕੀ ਆਇਆ। ਮਤਲਬ ਜਿਹੜੀ ਚੀਜ਼ ਤੁਸੀਂ ਦੱਸਣ ਲੱਗੇ ਚਾਹੇ 30 ਸੈਕਿੰਡ ਦੀ ਐਡ ਹੈ, ਉਹਦੇ ਵਿੱਚੋਂ ਮੈਸੇਜ ਕੀ ਉਹ ਡਿਲੀਵਰ ਹੋਇਆ। ਹਾਂ, ਤੇ ਡਿਲੀਵਰ ਹੋਇਆ ਤੇ ਉਹਦੇ ਨਾਲ ਤੁਹਾਡੇ ਜਿਹੜੇ ਟਾਰਗੇਟ ਆਡੀਅנס ਸੀ, ਜਿਹੜਾ ਅਮਰੀਕਨ ਸੀ, ਜਦੋਂ ਐਡ ਦੇਖ ਕੇ ਉਹਦੇ ਦਿਮਾਗ ਦੇ ਵਿੱਚ ਪਰਸੈਪਸ਼ਨ ਚੇਂਜ ਹੋਈ ਹੈ ਕਿ ਨਹੀਂ ਹੋਈ ਹੈ ਜੀ। ਇਹਦੇ ਲਈ ਜੇ ਹੁਣ ਨੇਸ਼ਨ ਵਾਈਡ ਜੇ ਐਡ ਚਲਾਣੀ ਹੋਵੇ ਤੇ ਤੁਹਾਨੂੰ $100 ਮਿਲੀਅਨ ਦੀ ਐਡ ਕੈਂਪੇਨ ਚਲਾਉਣੀ ਪੈਣੀ ਹੈ। ਜੇ ਨੇਸ਼ਨ ਵਾਈਡ ਤੁਸੀਂ ਬੰਬਾਰਡ ਕਰਨਾ CNN ਤੇ ਫੌਕਸ ਦੇ ਉੱਤੇ ਜੀ, ਮਹੀਨਾ ਭਰ ਜੇ ਚਲਾਣੀ ਹੋਵੇ ਐਡ ਤੇ ਤੁਹਾਨੂੰ $100 ਮਿਲੀਅਨ ਚਾਹੀਦੇ ਨੇ। ਪਰ ਉਹੀ ਤੁਸੀਂ ਜੇ ਐਡ ਲੋਕਲ ਲੈਵਲ ਦੇ ਉੱਤੇ, ਜਿੱਦਾਂ ਹੁਣ ਨਿਊਯਾਰਕ ਸ਼ਹਿਰ ਦੇ ਵਿੱਚ ਜਿਹੜੀਆਂ ਲੋਕਲ ਚੈਨਲਸ ਨੇ, ਚੈਨਲ 4 ਹੈ, 7 ਹੈ, 9 ਹੈ, ਇਹਨਾਂ ਦੇ ਉੱਤੇ ਜੇ ਤੁਸੀਂ ਐਡ ਚਲਾਉਂਦੇ ਹੋ ਤਾਂ ਉਹ ਸਸਤੀ ਹੋਏਗੀ ਤੇ ਉਹ ਫਿਰ ਤੁਹਾਨੂੰ ਰੇਡੀਅਸ ਡਿਫਾਈਨ ਕਰਦੇ ਹੋ 45 ਮਾਈਲ ਦਾ ਰੇਡੀਅਸ। ਸੋ ਅਸੀਂ ਉਹ ਫ੍ਰੈਜ਼ਨੋ ਸ਼ਹਿਰ ਸ਼ੁਰੂ ਤੋਂ ਦੱਸਦੇ ਆ ਰਹੇ ਫ੍ਰੈਜ਼ਨੋ ਚਲਾਵਾਂਗੇ। ਫ੍ਰੈਜ਼ਨੋ ਫਿਰ ਅਸੀਂ 1 ਮਹੀਨਾ ਐਡ ਚਲਾਈ 45 ਮੀਲ ਦੇ ਰੇਡੀਅਸ ਦੇ ਵਿੱਚ। 1 ਮਹੀਨਾ ਦਿਨ 'ਚ 6-7 ਵਾਰ ਐਡ ਆਉਂਦੀ ਸੀ ਤੇ ਈਵਨ NBA ਦੀ ਜਿਹੜੀਆਂ ਫਾਈਨਲ ਗੇਮਸ ਦੇ ਵਿੱਚ ਪ੍ਰਾਈਮ ਟਾਈਮ ਦੇ ਉੱਤੇ ਐਡ ਚੱਲਦੀ ਰਹੀ ਆਪਣੀ। ਹਾਂਜੀ, ਉਸ ਐਡ ਚੱਲਣ ਤੋਂ ਪਹਿਲਾਂ ਸਾਡੀ ਹਾਰਟ ਰਿਸਰਚ ਐਸੋਸੀਏਟ ਨੇ ਕਿਹਾ ਕਿ ਅਸੀਂ ਪੋਲਿੰਗ ਕਰਵਾਉਣੀ ਹੈ। ਅਸੀਂ ਕਿਹਾ ਜੀ ਪੋਲਿੰਗ ਦੀ ਤਾਂ ਲੋੜ ਨਹੀਂ ਹੈ, ਪੋਲਿੰਗ ਆਲਰੇਡੀ ਕਰਾ ਲਈ ਹੈ। ਉਹ ਕਹਿੰਦੇ ਜੀ ਇਹ $25,000 ਲੱਗਣਗੇ, ਤੁਹਾਨੂੰ ਕਰਾਉਣੀ ਪੈਣੀ ਹੈ, ਜੇ ਨਹੀਂ ਤਾਂ ਫਿਰ ਰਹਿਣ ਦਿਓ, ਤੁਸੀਂ ਨਾ ਹੀ ਕਰਾਓ। ਫਿਰ ਅਸੀਂ ਮੰਨਣਾ ਪਿਆ ਉਹਨਾਂ ਦੀ ਗੱਲ, ਅਸੀਂ ਉਹ ਦਿੱਤੇ ਉਹਨਾਂ ਨੂੰ ਪੈਸੇ, ਉਹਨਾਂ ਨੇ ਪੋਲਿੰਗ ਕੀਤੀ ਤੇ ਵੀਰ ਜੀ 50,000 ਸਿੱਖ ਰਹਿੰਦਾ ਉੱਥੇ। ਸਿਰਫ 25% ਨੂੰ ਪਤਾ ਸੀਗਾ ਵੀ ਜਿਹੜੇ ਪੱਗਾਂ ਵਾਲੇ ਨੇ ਇਹ ਇੰਡੀਅਨ ਨੇ। ਉਸ ਪੋਲਿੰਗ ਦੇ ਵਿੱਚ ਇਹ ਪਤਾ ਲੱਗਿਆ। ਤੇ ਅੱਗੋਂ ਉਹਨਾਂ ਨੂੰ ਪੁੱਛਿਆ ਵੀ ਅੱਗੇ ਕੀ ਪਤਾ ਤੁਹਾਨੂੰ, ਕਹਿੰਦੇ ਜੀ ਅੱਗੇ ਨਹੀਂ ਸਾਨੂੰ ਪਤਾ ਵੀ ਕੌਣ, ਕੀ ਇਹਨਾਂ ਦਾ ਧਰਮ ਹੈ, ਕੀ ਇਹ ਬੰਦੇ ਨੇ, ਪਰ ਸਾਨੂੰ ਇਹ ਪਤਾ ਵੀ ਇੰਡੀਅਨ ਨੇ। ਇੰਨੀ ਕੁ ਗੱਲ ਸਾਨੂੰ ਪਤਾ ਲੱਗੀ ਪ੍ਰੀ ਪੋਲ। ਮੈਨੇ ਹੁਣ ਦੇਖੋ 50,000 ਜਿੱਥੇ ਸਿੱਖ ਰਹਿ ਰਿਹਾ ਹੋਵੇ, ਉਸ ਐਡ ਚਲਾਉਣ ਤੋਂ ਪਹਿਲਾਂ ਆਹ ਰਿਜ਼ਲਟ ਸੀਗੇ, ਉਹ ਵੀ ਡਿਟੇਲਸ ਹੈਗੇ ਨੇ ਵੈਬਸਾਈਟ ਦੇ ਉੱਤੇ। ਫਿਰ ਜਦੋਂ ਐਡ ਚਲਾਉਣ ਤੋਂ ਬਾਅਦ ਫਿਰ ਜਿਹੜੀਆਂ ਪੋਲਿੰਗ ਕੀਤੀ ਗਈ ਉਹ ਸਾਡੇ ਲਈ ਬਹੁਤ ਸੈਟਿਸਫੈਕਟਰੀ ਸੀ। ਉਹ ਆਪਾਂ ਬਿਲਕੁਲ ਟਾਰਗੇਟ ਹਿੱਟ ਕੀਤਾ। ਉਹਦੇ ਵਿੱਚ ਸਾਨੂੰ ਇਹ ਪਤਾ ਲੱਗਿਆ ਵੀ ਜਿਨ੍ਹਾਂ ਨੇ ਐਡ ਦੇਖੀ 67% ਨੇ, ਜਿੱਥੇ 25% ਕਹਿ ਰਹੇ ਸਾਨੂੰ ਕੁਝ ਨਹੀਂ ਪਤਾ, ਰਾਈਟ, ਬਾਕੀ 75% ਤਾਂ ਕਹਿੰਦੇ ਸਾਨੂੰ ਪਤਾ ਹੀ ਨਹੀਂ ਬੰਦੇ ਕੌਣ ਨੇ, 25% ਕਹਿੰਦੇ ਵੀ ਇਹ ਇੰਡੀਅਨ ਨੇ। ਉਹਨਾਂ ਨੇ 67% ਨੇ ਫਿਰ ਬਾਅਦ ਚ ਕਿਹਾ ਕਿ ਜੀ ਇਹ ਤਾਂ ਇਹਨਾਂ ਦਾ ਇੰਡੀਪੈਂਡੈਂਟ ਧਰਮ ਹੈ ਤੇ 57% ਨੇ ਕਿਹਾ ਕਿ ਜਦੋਂ ਹੁਣ ਅਸੀਂ ਪੱਗ ਵਾਲਾ ਦੇਖਾਂਗੇ ਤੇ ਸਾਨੂੰ ਪਤਾ ਲੱਗ ਗਿਆ ਕਿ ਇਹ ਧਰਮ ਇੰਡੀਪੈਂਡੈਂਟ ਧਰਮ ਹੈ ਤੇ ਇੰਡੀਆ ਤੋਂ ਸ਼ੁਰੂ ਹੋਇਆ। ਹਾਂਜੀ, 62% ਕਹਿੰਦਾ ਹੈ ਉਹ ਫ੍ਰੈਜ਼ਨੋ ਸ਼ਹਿਰ ਦਾ 45 ਮੀਲ ਦੇ ਰੇਡੀਅਸ ਤੇ 62% ਬੰਦੇ ਇਹ ਕਹਿੰਦੇ ਨੇ ਕਿ ਇਹ ਬੰਦੇ ਜੀ ਇਹਨਾਂ ਦਾ ਧਰਮ ਬੜਾ ਵਧੀਆ ਹੈ ਤੇ ਇਹ ਤਾਂ ਬੜੇ ਦਿਆਲੂ ਲੋਕ ਨੇ। ਤੇ 58% ਨੇ ਇਹ ਕਹਿੰਦੇ ਨੇ ਵੀ ਇਹ ਤਾਂ ਪੈਟਰੀਓਟਿਕ ਅਮਰੀਕਨਸ ਨੇ।
ਹਾਂਜੀ, ਜਿਹੜੇ ਖਾਸ ਕਰਕੇ ਜਿਹੜਾ ਸਭ ਤੋਂ ਵਧੀਆ ਸਾਡੇ ਲਈ ਮੈਨੇ ਸੈਟੀਸਫੈਕਟਰੀ ਵਾਲਾ ਇਹ ਸੀਗਾ ਕਿ ਜਿਹੜਾ ਆਪਾਂ ਕਹਿੰਦੇ ਆ ਨਾ ਵੀ ਘੱਟ ਪੜ੍ਹਿਆ ਲਿਖਿਆ ਗੋਰਾ ਹੈ, ਜਿਹੜਾ ਟਰੰਪ ਦਾ ਸਪੋਰਟਰ ਹੈ, ਵੀ ਉਹ ਤਾਂ ਰੇਸਿਸਟ ਹੈ। ਆਮ ਤੌਰ ਤੇ ਇਹ ਪਰਸੈਪਸ਼ਨ ਹੈ ਕਿ ਜੀ ਉਹ ਹੁਣ ਐਸ ਨਹੀਂ ਚਾਹੁੰਦੇ ਵੀ ਮਾਈਨੋਰਿਟੀਜ਼ ਇੱਥੇ ਹੋਣ। ਉਹ ਜਿਹੜੀ ਇਸ ਐਡ ਚਲਾਉਣ ਤੋਂ ਬਾਅਦ ਜਿਹੜੀ ਪੋਲਿੰਗ ਦੇ ਵਿੱਚ ਸਾਨੂੰ ਇਹ ਪਤਾ ਲੱਗਿਆ ਕਿ ਈਵਨ ਜਿਹੜਾ ਘੱਟ ਪੜ੍ਹਿਆ ਗੋਰਾ ਤੇ ਜਿਹੜੇ ਸੀਨੀਅਰ ਏਜ ਵਾਲੇ ਜਿਹੜੇ ਗੋਰੇ ਨੇ ਉਹ ਵੀ ਕਹਿੰਦੇ ਨੇ ਕਿ ਯਾਰ ਇਹ ਤਾਂ ਬੰਦੇ ਬੜੇ ਚੰਗੇ ਨੇ। ਸੋ ਇਹ ਰਿਜ਼ਲਟ ਹੈ ਐਡ ਤੋਂ ਬਾਅਦ ਇਹ ਰਿਜ਼ਲਟ ਜਿਹੜੇ ਨੇ 30 ਸੈਕਿੰਡ ਦੀ ਐਡ ਦੇ ਬਾਅਦ ਇਹ ਤੁਸੀਂ ਰਿਜ਼ਲਟ ਮੈਨੇ ਤੁਹਾਡੀ ਕਾਊਂਟ ਕੀਤਾ, ਸੋਲਿਡ ਤੁਹਾਡੇ ਕੋਲ ਰਿਜ਼ਲਟਸ ਆ ਗਏ ਨੇ। ਤੇ ਜਿਹੜੀ ਕੰਪਨੀ ਨੇ ਕੀਤਾ ਉਹ ਕੰਪਨੀ ਰੈਪੂਟੇਬਲ ਕੰਪਨੀ, ਉਹ ਵਰਲਡ ਬੈਂਕ ਲਈ ਕੰਮ ਕਰਦੀ ਹੈ, ਹਾਰਵਰਡ ਯੂਨੀਵਰਸਿਟੀ ਲਈ ਕੰਮ ਕਰਦੀ ਹੈ, ਬਿਲ ਐਂਡ ਮਿਲਿੰਡਾ ਗੇਟਸ ਲਈ ਕੰਮ ਕਰਦੀ ਹੈ। ਉਹ ਝੂਠ ਤਾਂ ਨਹੀਂ ਬੋਲੇਗੀ। ਉਹਨਾਂ ਨੇ ਸਟੈਟਿਸਟਿਕਸ ਲਾ ਕੇ ਸਾਡੇ ਸਾਹਮਣੇ ਰੱਖ ਦਿੱਤੇ ਵੀ ਦੇਖ ਲਓ। ਹੁਣ 9/11 ਤੋਂ ਬਾਅਦ ਅਸੀਂ ਆਪਣੇ ਨਗਰ ਕੀਰਤਨ ਸ਼ੁਰੂ ਕਰਕੇ ਤੇ ਉਹਨਾਂ ਦੇ ਰਾਹੀਂ ਰਿਜ਼ਲਟ ਦੇਣ ਦੀ ਕੋਸ਼ਿਸ਼ ਕਰਦੇ ਹਾਂ ਵੀ ਕੀ ਹੈ। ਅਸੀਂ ਮੇਰਾ ਖਿਆਲ ਹੈ ਕਿ ਜਦੋਂ ਵੀ ਅਸੀਂ ਕੋਈ ਇਦਾਂ ਦੀ ਗੱਲ ਕਰਦੇ ਹਾਂ ਉੱਥੇ ਸਾਡਾ ਮਿਸ਼ਨ ਹੀ ਨਹੀਂ ਇਹ ਹੁੰਦਾ ਕਿ ਅੱਜ ਸਮੇਂ ਦੇ ਹਾਣ ਦੇ ਬਣ ਕੇ ਕਿਵੇਂ ਕਰਨਾ। ਬਿਲਕੁਲ ਰਿਟਰਨ ਨਹੀਂ, ਕਿਉਂਕਿ ਸਾਡੇ ਕੋਲ ਰਿਟਰਨ ਕੁਝ ਨਹੀਂ ਹੈ ਨਾ, ਅਸੀਂ ਟ੍ਰੈਡੀਸ਼ਨਲ ਬੇਸਿਸ ਤੇ ਚੱਲ ਰਹੇ ਹਾਂ। ਹੁਣ ਇਹ ਜਿਹੜੀ ਉਹਨਾਂ ਨੇ, ਮੈਂ ਫਿਰ ਇਹ ਗੱਲ ਜਿਹੜਾ ਆਪਣਾ ਜੈਫਰੀ ਗੈਰਨ ਹੈ ਜਿਹੜਾ ਕਿ ਹਾਰਟ ਰਿਸਰਚ ਦਾ ਹੈੱਡ ਹੈ, ਮੈਂ ਉਹਨੂੰ ਪੁੱਛਿਆ ਕਿ ਮੈਂ ਕਿਹਾ ਜੈਫਰੀ ਵਾਟ ਸ਼ੁੱਡ ਵੀ ਡੂ ਨਾਓ। ਉਹ ਕਹਿੰਦਾ ਤੁਸੀਂ ਕੀ ਕਰਨਾ, ਤੁਹਾਡੀ ਸਟ੍ਰੈਟਜੀ ਤਿਆਰ ਹੈ, ਤੁਹਾਡੇ ਐਡ ਤਿਆਰ ਨੇ, ਇਹਨੂੰ ਹਰ ਸ਼ਹਿਰ 'ਚ ਚਲਾਓ ਅਮਰੀਕਾ 'ਚ। ਵੀ ਜਿਹੜਾ ਖਰਚਾ ਤੁਸੀਂ ਫ੍ਰੈਜ਼ਨੋ ਸ਼ਹਿਰ 'ਚ ਲਾ ਕੇ ਜੋ ਰਿਜ਼ਲਟ ਤੁਹਾਨੂੰ ਹੁਣ ਪਤਾ ਲੱਗੇ ਨੇ, ਇਹੀ ਰਿਜ਼ਲਟ ਤੁਹਾਨੂੰ ਹਰ ਸ਼ਹਿਰ 'ਚ ਮਿਲਣਗੇ। ਹੁਣ ਤੁਹਾਡੇ ਲਈ ਹੋਰ ਕੁਝ ਕਰਨਾ ਹੀ ਨਹੀਂ ਚਾਹੀਦਾ, ਤੁਹਾਨੂੰ ਐਡ ਹੀ ਚਲਾਉਣੀ ਚਾਹੀਦੀ ਹਰ ਸ਼ਹਿਰ 'ਚ। ਤੇ ਫ੍ਰਿਜ਼ਨੋ ਤੋਂ ਇਲਾਵਾ ਹੋਰ ਵੀ ਕਿਹੜੀਆਂ ਜਗ੍ਹਾ ਤੇ ਉੱਤੇ ਐਡ ਚਲਾਈ? ਨਹੀਂ, ਸਿਰਫ ਕਿਉਂਕਿ ਆਪਣੇ ਕੋਲ ਜਿਹੜਾ ਖਰਚਾ ਸੀ ਨਾ ਜੀ, ਉਹ 1.3 ਦੇ ਵਿੱਚ ਜਿਹੜੀਆਂ ਨੇਸ਼ਨ ਐਡ ਚਲਾਈਆਂ ਅਸੀਂ, CNN ਤੇ ਚਲਾਈਆਂ, ਫੌਕਸ ਤੇ। ਹੁਣ ਫੌਕਸ ਦੇ ਵਿੱਚ ਜਿਹੜੀ ਐਡ ਬੜੀ ਐਕਸਪੈਂਸਿਵ ਹੈ ਕਿਉਂਕਿ ਉਹ ਟਰੰਪ ਦੀ ਪੋਲਿੰਗ ਤੋਂ ਬਾਅਦ, ਟਰੰਪ ਦੀ ਇਲੈਕਸ਼ਨ ਤੋਂ ਬਾਅਦ ਜਿਹੜੇ ਰੇਟਸ ਉੱਪਰ ਚਲੇ ਗਏ। ਜਿਹੜੀਆਂ ਐਡਸ ਅਸੀਂ 2016 ਦੀ ਇਲੈਕਸ਼ਨ ਤੋਂ ਪਹਿਲਾਂ ਜਿਹੜੇ ਚਲਾਉਂਦੇ ਤੇ ਉਹ 25% ਤੁਹਾਡੇ ਕਾਸਟ ਘਟ ਜਾਣੀ ਸੀਗੀ। ਪਰ ਇਸ ਇਲੈਕਸ਼ਨ ਤੋਂ ਬਾਅਦ ਜੋ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਇਹ ਸਾਰਾ ਸਿਸਟਮ ਹੈ ਜਾਂ ਮਾਹੌਲ ਬਣਿਆ ਜੀ, ਹੁਣ ਮੋਰ ਪੀਪਲ ਆਰ ਵਾਚਿੰਗ ਟੀਵੀ, ਇਸ ਕਰਕੇ ਐਡਸ ਦੀ ਰੇਟਸ ਵੱਧ ਗਈਆਂ ਨੇ। ਨੈਸ਼ਨਲ ਵਾਈਡ ਐਡ ਜਿਹੜੀ ਕਿੱਥੇ ਚਲਾਈ ਗਈ? ਅਸੀਂ ਨਹੀਂ, ਨੇਸ਼ਨ ਵਾਈਡ ਚੱਲੀ ਹੈ ਜੀ। ਹੁਣ ਜਿਹੜਾ ਐਂਡਰਸਨ ਕੂਪਰ ਦੇ ਉੱਤੇ ਸ਼ੋਅ ਦੇ ਉੱਤੇ ਚੱਲੀਆਂ 2 ਐਡਸ, ਫਿਰ ਆਪਣਾ ਜਿਹੜਾ ਵੁਲਫ ਬ੍ਰਿਟਜ਼ਰ ਦੇ ਸ਼ੋਅ ਦੇ ਵਿੱਚ ਚੱਲੀ ਐਡ, ਤੇ ਇਸ ਤਰ੍ਹਾਂ ਜਿਹੜਾ ਫੌਕਸ ਦੇ ਵਿੱਚ ਜਿਹੜਾ ਤੁਹਾਡਾ ਈਵਨਿੰਗ ਨਿਊਜ਼ ਆ ਉਹਦੇ ਵਿੱਚ ਚੱਲੀ, ਤੇ ਜਿਹੜਾ ਸਭ ਤੋਂ ਜਿਹੜਾ ਮੋਸਟ ਪਪੂਲਰ ਸ਼ੋਅ ਹੈਗਾ ਜਿਹੜਾ ਉਹਨਾਂ ਦਾ ਈਵਨਿੰਗ ਦਾ, ਉਹਦੇ ਵਿੱਚ ਉਹਦੇ ਲੂਡੌਬਸ ਦੇ ਵਿੱਚ ਵੀ ਚੱਲੀ। ਸੋ ਜਿਹੜਾ ਅਸੀਂ ਟਾਰਗੇਟ ਕੀਤਾ ਕਿ ਜਿਹੜਾ ਕੰਜ਼ਰਵੇਟਿਵ ਅਮਰੀਕਨ ਵੀ ਅਸੀਂ ਟਾਰਗੇਟ ਕਰਨਾ ਹੈ, ਰਿਪਬਲਿਕਨ ਨੂੰ ਵੀ ਅਸੀਂ ਪਹੁੰਚਣਾ ਹੈ, ਲਿਬਰਲਸ ਤੱਕ ਵੀ ਪਹੁੰਚ ਕਰਨੀ ਹੈ, ਡੈਮੋਕ੍ਰੈਟਸ ਤੱਕ ਵੀ ਪਹੁੰਚਣਾ ਹੈ। ਸੋ ਉਹ ਸਾਰਾ ਕੁਝ ਡਿਵਾਈਡ ਕਰਨਾ ਪਿਆ ਤੁਹਾਨੂੰ ਵੀ ਹਰ ਚੀਜ਼, ਹਰ ਏਜ ਗਰੁੱਪ ਨੂੰ ਅਸੀਂ ਪਹੁੰਚਣਾ ਚਾਹੁੰਦੇ ਹਾਂ। ਤੇ ਜਿਹੜੀ ਦੂਜੀ ਗੱਲ ਹੈ ਵੀਰ ਜੀ, ਜਿਹੜਾ ਅਸੀਂ ਹੁਣ ਕਾਊਂਟ ਕੀਤਾ ਹੈ, ਉਹਨਾਂ ਨੇ ਸਾਨੂੰ ਸਟੈਟਿਸਟਿਕਸ ਦਿੱਤੀਆਂ ਕਿ 92 ਮਿਲੀਅਨ ਪੀਪਲ ਹੈਵ ਸੀਨ ਆਵਰ ਐਡ। ਅੱਛਾ। ਤੇ 45 ਮਿਲੀਅਨ ਲੋਕਾਂ ਨੇ ਫ੍ਰੈਜ਼ਨੋ ਤੇ ਜਿਹੜੀਆਂ ਨੇਸ਼ਨ ਵਾਈਡ ਐਡਸ ਟੀਵੀ ਦੇ ਉੱਤੇ ਦੇਖੀਆਂ ਨੇ। 92 ਮਿਲੀਅਨ ਕੰਬਾਈਨਡ ਹੈ, ਜਿਹਦੇ ਵਿੱਚ ਡਿਜੀਟਲ ਮਾਰਕੀਟਿੰਗ ਵੀ ਹੈ, YouTube ਦੇ ਉੱਤੇ ਵੀ, Facebook ਦੇ ਉੱਤੇ, ਸਨੈਪਚੈਟ, ਇੰਸਟਾਗ੍ਰਾਮ, ਸਾਰਾ ਕੁਝ ਰਲਾ ਕੇ ਅਸੀਂ 92 ਮਿਲੀਅਨ ਲੋਕਾਂ ਤੱਕ ਪਹੁੰਚ ਪਾਏ ਹਾਂ। ਹਾਂਜੀ, ਤੇ 45 ਮਿਲੀਅਨ ਲੋਕਾਂ ਨੇ ਐਡ ਦੇਖੀ ਹੈ। ਇਹ ਵੀ ਹੁਣ ਸਟੈਟਿਸਟਿਕਸ ਸਾਡੇ ਕੋਲ ਨੇ, ਸਾਡੇ ਕੋਲ ਟਾਈਮਿੰਗ ਪਤਾ ਹੈ ਕਦੋਂ ਕਿੰਨੇ ਬੰਦਿਆਂ ਨੇ ਆਨ ਕੀਤਾ ਹੋਇਆ ਸੀ, ਕਿੰਨੇ ਬੰਦਿਆਂ ਨੇ ਐਡ ਦੇਖੀ ਹੈ। ਸੋ ਹਰ ਚੀਜ਼ ਮੈਜਰਡ ਹੈਗੀ ਹੈ, ਹਰ ਚੀਜ਼ ਟਾਰਗੇਟਡ ਹੈ, ਉਹਦਾ ਸਾਡੇ ਕੋਲ ਮੈਥ ਪਿਆ ਵੀ ਕਿੰਨਾ ਕਿੱਥੇ ਸਾਰੇ ਗ੍ਰਾਫਸ ਪਏ ਨੇ ਸਾਡੇ। ਡਾਕਟਰ ਸਾਹਿਬ, ਪਹਿਲਾਂ ਬਹੁਤ ਮੈਂ ਸਮਝਾਂਗਾ ਕਿ ਸੰਘਰਸ਼ ਦੇ ਵਿੱਚੋਂ ਲੰਘਣਾ ਪਿਆ, ਜਦੋਂ ਕਲੈਕਸ਼ਨ ਵੀ ਹੋਈ ਜਾਂ ਸਿੱਖਾਂ ਨੇ ਮਦਦ ਵੀ ਕੀਤੀ। ਹੁਣ ਇਸ ਵਾਰੀ ਦੇ ਵਿੱਚ 2019 ਦੇ ਵਿੱਚ ਨੈਸ਼ਨਲ ਸਿੱਖ ਕੈਂਪੇਨ ਨੂੰ ਫਿਰ ਦੁਬਾਰਾ ਰਿਵਾਈਜ਼ ਕੀਤਾ ਜਾ ਰਿਹਾ? ਹਾਂਜੀ, ਅਸੀਂ ਸਾਡੇ ਜਿਹੜੇ ਇਸ ਵੇਲੇ ਬਹੁਤ ਵਧੀਆ 3 ਜਾਂ 4 ਇਨੀਸ਼ੀਏਟਿਵ ਅਸੀਂ ਕਰਨ ਜਾ ਰਹੇ ਹਾਂ ਇਸ ਸਾਲ ਜੀ। ਪਹਿਲਾ ਤਾਂ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ 550ਵਾਂ ਸਾਲ ਹੈ। ਜਦੋਂ ਆਪਾਂ ਪੋਲ ਕਰਾਈ ਸੀਗੀ 2014-2015 'ਚ, ਅਸੀਂ ਜਾਣਨਾ ਚਾਹੁੰਦੇ ਸੀ ਵੀ ਕਿੰਨੇ ਕੁ ਅਮਰੀਕਨਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਰੇ ਪਤਾ ਹੈ। ਤੇ ਵੀਰ ਜੀ, ਜਦੋਂ ਆਪਾਂ ਸਾਰਾ ਸਟੈਟਿਸਟਿਕਸ ਲੱਭੀਆਂ ਨੇ ਤੇ 0% ਅਮਰੀਕਨਸ ਨੂੰ ਪਤਾ ਹੈ, ਕੋਈ ਜਾਣਦਾ ਨਹੀਂ ਗੁਰੂ ਨਾਨਕ ਸਾਹਿਬ ਬਾਰੇ। ਹਾਂ, ਜਿਹੜੇ ਬੰਦਿਆਂ ਨੂੰ ਹੁਣ ਸਿੱਖਾਂ ਬਾਰੇ ਪਤਾ ਹੈ ਵੀ ਇਹ ਸਿੱਖ ਧਰਮ ਹੈ, ਪਰ ਮੈਨੇ ਪ੍ਰਾਈਮ ਐਗਜ਼ਾਮਪਲ ਹੈ ਵੀ ਸੈਕਰਾਮੈਂਟੋ ਦੇ ਵਿੱਚ 3-4 ਹਫ਼ਤੇ ਪਹਿਲਾਂ ਅਸੀਂ ਉੱਥੇ ਸੈਸ਼ਨ ਕੀਤਾ ਸੀਗਾ, ਤੇ 11 ਸਾਲ ਦੀ ਕੁੜੀ ਨੇ ਉੱਥੇ ਦੱਸਿਆ ਕਿ ਉਹਦੀ ਕਲਾਸ ਦੇ ਵਿੱਚ ਸੋਸ਼ਲ ਸਟੱਡੀਜ਼ ਦੀ ਟੀਚਰ ਨੇ ਉੱਥੇ ਬੋਰਡ ਦੇ ਉੱਤੇ ਲਿਖਿਆ ਕਿ ਜੀ ਕ੍ਰਿਸਚੈਨਿਟੀ ਵਾਸ ਫਾਊਂਡਡ ਬਾਈ ਕ੍ਰਾਈਸਟ, ਇਸਲਾਮ ਵਾਸ ਫਾਊਂਡਡ ਬਾਈ ਮੁਹੰਮਦ, ਬੁੱਧਿਜ਼ਮ ਵਾਸ ਫਾਊਂਡਡ ਬਾਈ ਬੁੱਧਾ, ਤੇ ਸਿੱਖੀਜ਼ਮ ਲਿਖ ਕੇ, ਤੇ ਉਹ ਜਿਹੜਾ ਟੀਚਰ ਹੈ ਉਹ ਗੂਗਲ ਕਰਕੇ ਦੇਖ ਰਿਹਾ ਵੀ ਇਹਦਾ ਫਾਊਂਡਰ ਕੌਣ ਹੈ।
ਟੀਚਰ ਨੂੰ ਵੀ ਨਹੀਂ ਪਤਾ। ਸਾਡੇ ਬੱਚਿਆਂ ਨੂੰ ਵੀ ਇਸ ਗੱਲ ਦੀ ਮਾਯੂਸੀ ਹੈ ਵੀ ਅਸੀਂ ਆਪਣੇ ਧਰਮ ਬਾਰੇ ਨਹੀਂ ਉਸ ਕਿਸਮ ਦੀ ਜਾਣਕਾਰੀ ਦੇ ਸਕੇ ਤੇ ਅਸੀਂ 550ਵਾਂ ਸਾਲ ਮਨਾਉਣ ਜਾ ਰਹੇ ਹਾਂ ਤੇ ਇੰਨਾ ਸਰਮਾਇਆ ਹੋਵੇ ਕੌਮ ਦੇ ਕੋਲ, ਇੰਨੇ ਅਸੀਂ ਸਕਸੈਸਫੁਲ ਹੋਈਏ, ਇੰਨੇ ਅਸੀਂ ਤਗੜੇ ਬਿਜ਼ਨਸ ਖੜੇ ਕੀਤੇ ਹੋਣ ਤੇ ਸਾਡੇ ਕੋਲ ਇਦਾਂ ਦੀ ਕੋਈ ਸਟ੍ਰੈਟਜੀ ਨਹੀਂ ਹੈ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਰੇ ਅਸੀਂ ਉਹੀ ਗੱਲ ਹੈ ਨਾ, ਅਵੇਅਰਨੈਸ ਕਿਦਾਂ ਕ੍ਰੀਏਟ ਅਸੀਂ ਬੁੱਤ ਲਾਉਣ ਦੇ ਉੱਤੇ ਵੱਧ ਪੈਸੇ ਖਰਚਦੇ ਹਾਂ, ਪੁਲ ਬਣਾਉਣ ਦੇ ਉੱਤੇ ਵੱਧ ਪੈਸੇ ਖਰਚਦੇ ਹਾਂ ਤੇ ਅਸਲ ਦੇ ਵਿੱਚ ਜਿਹੜੀ ਚੀਜ਼ ਲੋਕਾਂ ਦੇ ਮਨਾਂ ਤੱਕ ਪਹੁੰਚਾਉਣੀ ਹੈ ਉਹਦੇ ਉੱਤੇ ਕਾਫੀ ਦੂਰ ਹੈ। ਸੋ ਅਸੀਂ ਫਿਰ ਇਹ ਡਾਕੂਮੈਂਟਰੀ ਬਣਾਉਣ ਦਾ ਫੈਸਲਾ ਕੀਤਾ ਜੀ। ਜੀ ਡਾਕਟਰ ਸਾਹਿਬ, ਡਾਕੂਮੈਂਟਰੀ ਦੇ ਉੱਤੇ ਮੈਂ ਅਗਲੇ ਪੜਾਅ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਾਂਗਾ। ਦੋਸਤੋ, ਪ੍ਰੋਗਰਾਮ ਨੂੰ ਮੈਂ ਜਾਰੀ ਰੱਖਾਂਗਾ ਇਸੇ ਤਰ੍ਹਾਂ। 550ਵੇਂ ਵਰ੍ਹੇ ਦੇ ਉੱਤੇ ਨੈਸ਼ਨਲ ਸਿੱਖ ਕੰਪੇਨ ਦੀ ਰੂਪਰੇਖਾ ਕਿਹੋ ਜਿਹੀ ਹੋਏਗੀ ਔਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਉੱਤੇ ਨੈਸ਼ਨਲ ਸਿੱਖ ਕੰਪੇਨ ਦੇ ਝੰਡੇ ਹੇਠ ਇਹ ਡਾਕੂਮੈਂਟਰੀ ਜਿਹੜੀ ਹੈ ਉਹ ਦੁਨੀਆ ਭਰ ਵਿੱਚ ਵਸਦੇ ਲੋਕਾਂ ਨੂੰ ਇਹ ਦੱਸੇਗੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਕੌਣ ਸਨ। ਮੈਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਉੱਤੇ ਡਾਕੂਮੈਂਟਰੀ ਬਣ ਰਹੀ ਹੈ, ਉਸ ਦੀ ਕੀ ਰੂਪਰੇਖਾ ਹੈ ਔਰ ਕਿਸ ਚੀਜ਼ ਨੂੰ ਲੈ ਕੇ ਉਸ ਨੂੰ ਐਸਟੈਬਲਿਸ਼ ਕੀਤਾ ਜਾ ਰਿਹਾ ਔਰ ਕਿੱਥੇ ਉਹਨੂੰ ਲਿਜਾਇਆ ਜਾ ਰਿਹਾ। ਹਾਂਜੀ, ਅਸੀਂ ਜੀ ਇੱਕ ਜਿਹੜੀ ਬੜੀ ਰੈਪੂਟੇਬਲ ਕੰਪਨੀ ਹੈ ਆਰਟਵਰ ਪ੍ਰੋਡਕਸ਼ਨਸ, ਉਹਨਾਂ ਨੂੰ ਹਾਇਰ ਕੀਤਾ ਹੈਗਾ। ਉਹਨਾਂ ਦੀ ਬਣਾਈਆਂ ਡਾਕੂਮੈਂਟਰੀਜ਼ ਕਾਫੀ ਪਪੂਲਰ ਹੋਣੇ, ਇਸ ਸਾਲ ਵੀ ਚੱਲ ਰਹੀਆਂ ਨੇ, ਪਿਛਲੇ ਸਾਲ ਵੀ ਚੱਲ ਰਹੀ ਹੈ PBS ਸਟੇਸ਼ਨਸ ਦੇ ਉੱਤੇ। ਤੇ ਇਹ ਜਿਹੜਾ PBS ਦਾ ਆਡੀਅנס ਹੈ, ਇੰਟੈਲੀਜੈਂਟ ਆਡੀਅנס ਹੈ। ਇਹਦੇ ਵਿੱਚ ਪੋਲੀਟੀਕਲ ਬੰਦੇ ਵੀ ਦੇਖਦੇ ਨੇ, ਰਾਈਟਰਸ, ਥਿੰਕਰਸ, ਮੀਡੀਆ ਪੀਪਲ, ਜੀ ਟੀਚਰਸ। ਇਹ ਜਿਹੜਾ ਇੰਟੈਲੀਜੈਂਟ ਕਰਾਊਡ ਹੈ ਇਹਨੂੰ ਟਾਰਗੇਟ ਕਰਨਾ ਬੜਾ ਜ਼ਰੂਰੀ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਜੇ ਅਸੀਂ ਅੱਗੇ ਗੱਲ ਪਹੁੰਚਾਉਣੀ ਹੈ ਤੇ ਇਸ ਆਡੀਅנס ਰਾਹੀਂ ਅਸੀਂ ਅੱਗੇ ਗੱਲ ਹੋਰ ਵਧਾ ਸਕਦੇ ਜੀ। ਇਸ ਕਰਕੇ ਇਸ ਕੰਪਨੀ ਨੇ ਹੁਣ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਉਹਦਾ $4.5 ਲੱਖ ਦਾ ਖਰਚਾ ਹੈਗਾ। ਹਾਂਜੀ, ਤੇ ਕਿੰਨੇ ਚਿਰ ਦੀ ਡਾਕੂਮੈਂਟਰੀ ਹੈ ਜੀ? ਇਹ 1 ਘੰਟੇ ਦੀ ਬਣੇਗੀ ਜੀ। ਓਕੇ। ਤੇ ਉਹਨਾਂ ਨੇ ਫਿਰ ਇੰਡੀਆ ਜਾਣਾ ਸੀਗਾ ਤੇ ਪਾਕਿਸਤਾਨ ਜਾਣਾ ਸੀ। ਫਿਰ ਉਹ ਟੀਮ ਪੂਰੀ ਲੈ ਕੇ ਇੰਡੀਆ ਗਏ ਨੇ ਜੀ। ਸਾਰਾ ਉਹਨਾਂ ਨੇ ਕਰਤਾਰਪੁਰ, ਆਪਣਾ ਸੁਲਤਾਨਪੁਰ ਜਾ ਕੇ ਸਾਰਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜਾ 14 ਸਾਲ ਉੱਥੇ ਬਿਤਾਏ ਉਹਦੀ ਸਾਰੀ ਡਾਕੂਮੈਂਟ ਕੀਤੀ ਹੈ। ਨਾਲ ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਦੇ ਵਿੱਚ ਪੂਰਾ 1 ਦਿਨ ਉਹਨਾਂ ਨੇ ਸਨਰਾਈਜ਼, ਸਨਸੈਟ ਤੇ ਜਿਹੜੇ ਚੰਗੇ ਤਗੜੇ ਰਾਗੀ ਜੱਥੇ ਨੇ ਜਾਂ ਚੰਗੇ ਰਾਈਟਰਸ ਨੇ ਉਹਨਾਂ ਨੂੰ ਇੰਟਰਵਿਊ ਕੀਤਾ ਹੈ। ਇਸ ਤੋਂ ਇਲਾਵਾ ਪਾਕਿਸਤਾਨ ਦੇ ਵਿੱਚ ਕਰਤਾਰਪੁਰ, ਨਨਕਾਣਾ ਸਾਹਿਬ ਸਾਰਾ ਉੱਥੇ ਡਾਕੂਮੈਂਟ ਕੀਤਾ ਹੈ। ਸਿੰਧੀਆਂ ਨੂੰ ਇੰਟਰਵਿਊ ਕੀਤਾ ਗਿਆ ਹੈ। ਭਾਈ ਮਰਦਾਨੇ ਦੇ ਜਿਹੜੀ 18ਵੀਂ ਪੁਸਤ ਹੈ ਉਹਨਾਂ ਨੂੰ ਇੰਟਰਵਿਊ ਕੀਤਾ, ਉਹਨਾਂ ਦਾ ਕੀਰਤਨ ਕਰਵਾਇਆ ਗਿਆ। ਕੀ ਬਾਤ। ਹੁਣ ਉਹਨਾਂ ਨੇ ਇੱਥੇ ਆ ਕੇ ਜਿਹੜਾ ਕਾਫੀ ਕੰਮ ਸ਼ੁਰੂ ਕਰ ਦਿੱਤਾ ਹੈ। ਜਿਹੜੇ ਇੱਥੋਂ ਦੀ ਸਨਾਤਨ ਕੌਰ ਜਿਹੜੀ ਕਿ ਐਮੀ ਗ੍ਰੈਮੀ ਦੇ ਵਿੱਚ ਨੋਮੀਨੇਟਡ ਹੋਈ, ਉਹਨੂੰ ਵੀ ਇੰਟਰਵਿਊ ਕੀਤਾ, ਉਹਦੇ 'ਚ ਇਨਕਲੂਡਡ ਹੈ। ਸਿੰਧੀ ਜਿਹੜਾ ਚੇਲਾ ਰਾਮ, ਹੁਣ ਉਹਨਾਂ ਨੂੰ ਇੰਟਰਵਿਊ ਕੀਤਾ ਗਿਆ। ਇਹ ਦਿਖਾਉਣ ਲਈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਜਗਤ ਗੁਰੂ ਨੇ ਔਰ ਉਹਨਾਂ ਦੇ ਐਡਮਾਇਰਰਸ ਹਰ ਮਜ਼ਹਬ ਦੇ ਲੋਕ ਉਹਨਾਂ ਨੂੰ ਐਡਮਾਇਰ ਕਰਦੇ ਨੇ। ਸੋ ਇਹ ਜਿਹੜੀ ਡਾਕੂਮੈਂਟਰੀ ਹੈ ਇਹਦੇ ਵਿੱਚ ਜਿਹੜੇ ਇੱਥੋਂ ਦੇ ਸਿਰਕੱਢ ਸਿੱਖ ਨੇ ਜਾਂ ਜਿਹੜੇ ਥਿੰਕਰਸ ਨੇ ਜਾਂ ਰਾਈਟਰਸ ਨੇ ਜਾਂ ਬਾਕੀ ਧਰਮਾਂ ਦੇ ਵੀ। ਹੁਣ ਇਜ਼ਰਾਈਲ ਦਾ ਜਿਹੜਾ ਬੜਾ ਤਕੜਾ ਯਹੂਦੀ ਲੀਡਰ ਹੈ, ਉਹਨੇ ਡੇਵਿਡ ਰੋਜ਼ਨ ਨੇ ਜੋ ਗੁਰੂ ਨਾਨਕ ਸਾਹਿਬ ਬਾਰੇ ਗੱਲਾਂ ਕੀਤੀਆਂ ਨੇ, ਕਮਾਲ ਦੀ ਕੀਤੀਆਂ ਉਹਨੇ ਉਹਦੇ ਚ ਕੀਤਾ ਉਹ ਡਾਕੂਮੈਂਟਰੀ ਚਾਹੁੰਦੀ। ਅੱਛਾ। ਅਸੀਂ ਜਿਹੜਾ ਬੁੱਧਿਸਟ ਲੀਡਰ ਹੈ ਉਹਨੂੰ ਵੀ ਕਰ ਰਹੇ ਹਾਂ, ਇੱਕ ਮੁਸਲਿਮ ਲੀਡਰ ਹੈ, ਹਿੰਦੂ ਲੀਡਰ ਹੈ, ਉਹਨਾਂ ਤੋਂ ਅਸੀਂ ਉਹਨਾਂ ਦੀ ਵੀ ਜਾਣਨਾ ਚਾਹੁੰਦੇ ਵੀ ਉਹ ਹਾਊ ਡੂ ਦੇ ਵਿਊ ਗੁਰੂ ਨਾਨਕ। ਹਾਂਜੀ, ਸੋ ਗੁਰੂ ਨਾਨਕ ਨੂੰ ਇੱਕ ਵਰਲਡ ਟੀਚਰ, ਵਰਲਡ ਗੁਰੂ ਦੇ ਤੌਰ ਤੇ ਪੇਸ਼ ਕੀਤਾ ਜਾਊਗਾ। ਤੇ ਇਸ ਡਾਕੂਮੈਂਟਰੀ ਨੂੰ ਸਾਨੂੰ ਬੜਾ ਇੰਟਰਸਟਿੰਗ ਵੀ ਬਣਾ ਕੇ ਰੱਖਣਾ ਪੈਣਾ ਕਿ ਇੱਕ ਜਿਹੜਾ, ਕਿਉਂਕਿ ਇਸ ਕੰਪਨੀ ਨੇ ਕਿਹਾ ਜੀ ਵੀ ਸਾਨੂੰ ਨਹੀਂ ਪਤਾ ਵੀ ਲੋਕ ਇਹ 1 ਘੰਟਾ ਕਿਸੇ ਇੱਕ ਫੋਰਨ ਲੀਡਰ ਬਾਰੇ ਜਾਂ ਫੋਰਨ ਨੇਮ ਬਾਰੇ ਜਾਣਨਾ ਚਾਹਣਗੇ ਕਿ ਨਹੀਂ ਚਾਹਣਗੇ। ਸੋ ਉਹਨੂੰ ਕਿਸ ਤਰ੍ਹਾਂ ਪੈਕੇਜ ਕੀਤਾ ਜਾਵੇ। ਇਹ ਨਹੀਂ ਵੀ ਹੁਣ ਅਸੀਂ ਸਾਰੀਆਂ ਉਹਨਾਂ ਨੂੰ ਇੱਕ ਪੂਰੀ ਡਿਟੇਲ ਹਿਸਟਰੀ ਨਹੀਂ ਦਿਖਾ ਦੇ, ਲੋਕਾਂ ਨੇ ਭੱਜ ਜਾਣਾ। ਸੋ ਯੂ ਹੈਵ ਟੂ ਕੀਪ ਇਟ ਵੈਰੀ ਇੰਟਰਸਟਿੰਗ, ਇਹਨੂੰ ਬਣਾ ਕੇ ਪੇਸ਼ ਕਰਨ ਦੀ ਹੈ। ਇਹ ਉਹਨਾਂ ਦੇ ਵਿੱਚ ਉਹਨਾਂ ਦੀ ਖਾਸੀਅਤ ਹੈ ਵੀ ਇਹਨਾਂ ਨੇ ਜਿਨ੍ਹਾਂ ਨੇ ਬਣਾਉਣੀ ਹੈ। ਸੋ ਲੱਗੇ ਹੋਏ ਨੇ ਤੇ ਸਾਡਾ ਪਲਾਨ ਹੈ ਮੇਨ ਕੀ ਕਿ ਇਹ ਜਿਹੜੀ ਹੈਗੀ ਹੈ ਜਿਸ ਵੇਲੇ $4.5 ਲੱਖ ਦੇ ਨਾਲ ਇਹ ਡਾਕੂਮੈਂਟਰੀ ਬਣ ਜਾਏਗੀ, ਮੈਂ ਸਮਝਾਂਗਾ ਕਿ ਦੁਨੀਆ ਦਾ ਇੱਕ ਇਤਿਹਾਸਕ ਦਸਤਾਵੇਜ਼ ਹੋਏਗਾ। ਇਸ ਗੱਲ ਵਿੱਚ ਕੋਈ ਗੱਲ ਨਹੀਂ, ਕੋਈ ਦੋ ਰਾਵਾਂ ਨਹੀਂ ਹੈ। ਔਰ ਸਭ ਤੋਂ ਵੱਡਾ ਇੱਕ ਮਿਸ਼ਨ ਹੈ ਕਿ ਇਹ ਆਪਣਿਆਂ ਨੂੰ ਤੇ ਪਤਾ ਹੈ ਗੁਰੂ ਨਾਨਕ ਦੇਵ ਜੀ ਕੌਣ ਹੈ, ਜਿਹੜੀਆਂ ਦੂਜੀਆਂ ਕਮਿਊਨਿਟੀਆਂ ਉਹਨਾਂ ਤੱਕ ਇਹ ਪਹੁੰਚਾਉਣ ਦਾ ਇੱਕ ਬੀੜਾ ਹੈ। $4.5 ਲੱਖ ਖਰਚਣਾ ਕਿ ਉਹਨਾਂ ਲੋਕਾਂ ਤੱਕ ਗੁਰੂ ਨਾਨਕ ਦੇਵ ਜੀ ਕੌਣ ਸਨ, ਉਹਨਾਂ ਬਾਰੇ ਜਾਣਕਾਰੀ ਦੇਣੀ ਜਿਹੜੀ ਹੈ ਉਹ ਬੜੀ ਵੱਡੀ ਪੱਧਰ ਦੇ ਉੱਤੇ ਜ਼ਰੂਰੀ ਹੈ। ਅਸੀਂ ਤਾਂ ਕਹਿੰਦੇ ਹੀ ਹਾਂ ਜਗਤ ਗੁਰੂ ਹਾਂ, ਪਰ ਲੋਕ ਵੀ ਕਹਿਣ, ਦੂਜੀਆਂ ਕਮਿਊਨਿਟੀਆਂ ਕਹਿਣ ਕਿ ਵਾਕਿਆ ਇਹ ਮਤਲਬ ਇੱਕ ਜਗਤ ਦੇ ਜਿਹੜੇ ਨੇ, ਵਰਲਡ ਦੇ ਜਿਹੜੇ ਨੇ ਉਹ ਗੁਰੂ ਨੇ, ਵਰਲਡ ਦੇ ਟੀਚਰ ਨੇ। ਇਹਨੂੰ ਕਿਸ ਢੰਗ ਦੇ ਨਾਲ ਤੁਸੀਂ ਲਾਂਚ ਕਰਕੇ ਲੋਕਾਂ ਤੱਕ ਕਿਸ ਢੰਗ ਨਾਲ ਲਿਜਾਓਗੇ? ਇਹਦਾ ਜੀ ਬੇਸਿਕਲੀ ਹੈ ਕਿ ਜਿਹੜੀ PBS ਸਟੇਸ਼ਨਸ ਨੇ ਉਹਨਾਂ ਨਾਲ ਸਾਡਾ ਕੰਟਰੈਕਟ ਸਾਈਨ ਹੋ ਗਿਆ। 200 TV ਸਟੇਸ਼ਨਸ ਉੱਤੇ ਦਿਖਾਈ ਜਾਏਗੀ ਸਾਰੇ ਅਮਰੀਕਾ 'ਚ। ਅੱਛਾ। ਤੇ ਉਹਨਾਂ ਨੂੰ 3 ਸਾਲ ਦਾ ਉਹਨਾਂ ਕੋਲ ਲਾਇਸੈਂਸ ਹੋਏਗਾ ਤੇ 3 ਸਾਲ ਜੇ ਉਹ ਦੇਖਣਗੇ ਵੀ ਇਹਦੀ ਵਿਊਅਰਸ਼ਿਪ ਜ਼ਿਆਦਾ ਹੈਗੀ ਹੈ ਤੇ ਦੇ ਵਿਲ ਰਿਪੀਟ ਇਟ। ਹਾਂਜੀ, ਪਰ 3 ਸਾਲਾਂ ਤੱਕ। ਪਰ ਮੋਸਟਲੀ ਜਿਹੜੇ ਇਸ ਕੰਪਨੀ ਵੱਲੋਂ ਬਣਾਈਆਂ ਡਾਕੂਮੈਂਟਰੀਜ਼ ਉਹਨਾਂ ਨੇ 6-6 ਸਾਲ ਚਲਾਈਆਂ ਨੇ।
ਠੀਕ ਸੋ ਸਾਡਾ ਅਨੁਮਾਨ ਹੈ ਕਿ ਇਹ ਇਹਦੀ ਜਿਹੜੀ ਸ਼ੈਲਫ ਲਾਈਫ ਇੰਨੀ ਲੰਬੀ ਹੋਏਗੀ। ਪਰ ਉਸ ਤੋਂ ਇਲਾਵਾ ਸਾਡੇ ਕੋਲ ਸਤੰਬਰ ਦੇ ਵਿੱਚ ਆ ਜਾਏਗੀ, ਡਾਕੂਮੈਂਟਰੀ ਸਾਨੂੰ ਦੇ ਦਿੱਤੀ ਜਾਏਗੀ ਜਦੋਂ ਤਿਆਰ ਹੋ ਜਾਏਗੀ। ਉਸ ਤੋਂ ਬਾਅਦ ਸਾਡਾ ਪਲਾਨ ਹੈ ਵੀ ਇਹਨੂੰ ਅਸੀਂ ਪ੍ਰੀਮੀਅਰ ਸ਼ੋਜ਼ ਕਰਾਂਗੇ ਅਮਰੀਕਾ ਦੇ ਵਿੱਚ, ਵੱਖਰੇ ਵੱਖਰੇ ਸਿਟੀਜ਼ ਦੇ ਵਿੱਚ। ਹੋਪਫੁਲੀ ਜੇ ਸਾਰੇ ਸਿੱਖ ਕੌਮ ਦੇ ਸਾਰੇ ਆਪਾਂ ਰਲ ਕੇ ਇਸ ਚੀਜ਼ ਨੂੰ ਜ਼ਰੂਰੀ ਸਮਝੀ, ਕਿਉਂਕਿ ਅਦਰਵਾਈਜ਼ ਦੇਖੋ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆਮ ਗੁਰਪੁਰਬ ਵਾਂਗੂ ਲੰਘ ਜਾਣਾ। ਜਲੇਬੀਆਂ ਪਕੌੜੇ ਖਾ ਲਾਂਗੇ, ਵਧਾਈਆਂ ਦੇ ਦਾਂਗੇ, ਉੱਚੀ ਉੱਚੀ ਗਾ ਲਾਂਗੇ, ਧੰਨ ਆਪਣਾ ਮਿੱਟੀ ਧੁੰਦ ਜਗ ਚਾਨਣ ਹੋਆ, ਗੁਰੂ ਨਾਨਕ ਪ੍ਰਗਟਿਆ, ਪਰ ਸਾਡੀ ਚਾਰ ਦੀਵਾਰੀ ਤੱਕ ਹੀ ਰਹਿ ਜਾਣੀ ਗੱਲ, ਬਾਕੀਆਂ ਨੂੰ ਤਾਂ ਕਿਸੇ ਨੂੰ ਵੀ ਨਹੀਂ ਪਤਾ। ਸੋ ਜੇ ਅਸੀਂ ਨਵੇਕਲੇ ਢੰਗ ਨਾਲ ਗੁਰੂ ਨੂੰ ਸੈਲੀਬ੍ਰੇਟ ਕਰਨਾ ਹੈ ਤੇ ਇਹ ਢੰਗ ਤਰੀਕਾ ਸਾਨੂੰ ਅਪਣਾਉਣਾ ਪੈਣਾ ਹੈ। ਤੇ ਦੂਜੀ ਗੱਲ ਅਸੀਂ ਨਾਲ ਇਹ ਜੋੜ ਰਹੇ ਹਾਂ ਕਿ ਅਸੀਂ ਇੱਕ ਮਾਰਕੀਟਿੰਗ ਕੰਪਨੀ ਨੂੰ ਹਾਇਰ ਕਰਨ ਦੀ ਸੋਚ ਰਹੇ ਹਾਂ ਜੀ, ਤੇ ਉਹ ਅਸੀਂ $1,00,000 ਉਹਦਾ ਬਜਟ ਰੱਖਿਆ। ਉਹਦੇ ਵਿੱਚੋਂ ਜਿਹੜੀ ਇੱਕ ਕੰਪਨੀ ਅਸੀਂ ਆਲਰੇਡੀ ਇੰਟਰਵਿਊ ਕਰ ਰਹੇ ਹਾਂ, ਉਹ ਹੈਗੀ ਹੈ ਲਿਓਨਾਰਡੋ ਡਿਕੈਪਰੀਓ, ਜਿਹੜਾ ਬੜਾ ਸੁਪਰਸਟਾਰ ਹੈ ਹਾਲੀਵੁੱਡ ਦਾ। ਉਹਦੀ ਜਿਹੜੀ ਮਾਰਕੀਟਿੰਗ ਕੰਪਨੀ ਇੱਥੇ ਮੈਨਹੈਟਨ 'ਚ ਹੈ, ਉਹਦੇ ਨਾਲ ਗੱਲਬਾਤ ਸ਼ੁਰੂ ਹੋਈ ਹੈ। ਇੱਕ ਕੰਪਨੀ ਹੈ ਰੈਵੋਲੂਸ਼ਨਰੀ ਮੈਸੇਜਿੰਗ, ਜਿਨ੍ਹਾਂ ਨੇ ਸਾਰੀ ਮਾਰਕੀਟਿੰਗ ਬਰਨੀ ਸੈਂਡਰਸ ਦੀ ਕੀਤੀ ਸੀਗੀ, ਵੀ ਹਿਲਰੀ ਕਲਿੰਟਨ ਨੂੰ ਹਰਾਨ ਤੱਕ ਪਹੁੰਚ ਗਏ ਸੀਗੇ। ਉਹ ਕੰਪਨੀ ਨੂੰ ਅਸੀਂ ਉਹਨਾਂ ਨੂੰ ਵੀ ਇੰਟਰਵਿਊ ਕਰ ਰਹੇ ਹਾਂ। ਸਾਡਾ ਇਹ ਹੈ ਕਿ ਜਦੋਂ ਇਹ ਡਾਕੂਮੈਂਟਰੀ ਆਵੇ ਤੇ ਇਹਦੇ ਬਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਰੇ ਜਿਹੜਾ ਰੌਲਾ ਰੱਪਾ ਪੈਣਾ ਚਾਹੀਦਾ ਮੀਡੀਆ 'ਚ ਵੀ, ਸਾਰੇ ਪਾਸੇ, ਹਰ ਪਾਸੇ ਡਿਜੀਟਲ ਤੇ ਸੋਸ਼ਲ ਮੀਡੀਆ ਦੇ ਵਿੱਚ ਗੁਰੂ ਨਾਨਕ ਸਾਹਿਬ ਕੌਣ ਨੇ। ਡਾਕਟਰ ਸਾਹਿਬ, ਇੱਕ ਮੈਂ ਦੱਸਾਂਗਾ ਕਿ ਜਦੋਂ ਸਾਡੀ ਕੌਮ ਇੱਕ ਪਾਸੇ ਨੂੰ ਲੱਗਦੀ ਹੈ ਤੇ ਉਸ ਵੇਲੇ ਉਹ ਉਧਰ ਨੂੰ ਤੁਰ ਪੈਂਦੀ ਹੈ। ਇਹ ਕੌਮ ਦੀ ਮੈਂ ਸਮਝਾਂਗਾ ਕਿ ਵੱਡਾਪਣ ਵੀ ਹੈ ਤੇ ਕਈ ਥਾਵਾਂ ਦੇ ਉੱਤੇ ਕਈ ਵਾਰੀ ਮੈਂ ਸਮਝਾਂਗਾ ਕਿ ਉਹ ਮਾੜਾ ਵੀ ਸਾਬਤ ਹੁੰਦਾ, ਪਰ ਬਹੁਤੀਆਂ ਥਾਵਾਂ ਤੇ, ਜਿਵੇਂ ਹੁਣ ਸਭ ਤੋਂ ਪਹਿਲਾਂ ਕਿਸੇ ਇੱਕ ਟਾਊਨ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਹੋਇਆ ਕਿ ਜੀ ਜਿਹੜਾ ਵਿਸਾਖੀ ਵਾਲਾ ਹੈ, ਮਤਲਬ ਖਾਲਸਾ ਸਿਰਜਣਾ ਦਿਵਸ, ਉਸ ਨੂੰ ਸਿੱਖ ਡੇ ਵਜੋਂ, ਹਾਂਜੀ ਹਾਂਜੀ, ਫਿਰ ਉਹ ਸਟੇਟ ਲੈਵਲ ਦੇ ਉੱਤੇ ਗੱਲ ਪਹੁੰਚੀ। ਅੱਜ ਇੱਕ ਨਹੀਂ ਪਤਾ ਨਹੀਂ ਕਿੰਨੀਆਂ ਕੁ ਸਟੇਟਾਂ ਜਿਹੜੀਆਂ ਨੇ ਉਹ ਇਸੇ ਕੰਮ ਲਈ ਲੱਗੀਆਂ ਹੋਈਆਂ ਨੇ ਕਿ ਆਹ ਵੀ ਸਟੇਟ ਜਿਹੜੀ ਹੈ ਜੀ ਉਹ ਵਿਸਾਖੀ ਵਾਲਾ ਦਿਨ ਜਿਹੜਾ ਉਹ 14 ਅਪ੍ਰੈਲ ਸਿੱਖ ਡੇ ਵਜੋਂ ਇੱਥੇ ਆ ਗਵਰਨਰ ਦੇ ਕੋਲ ਇੱਥੇ ਮਤਲਬ ਇਹ ਸਾਰੀਆਂ ਚੀਜ਼ਾਂ। ਔਰ ਇਸ ਗੱਲ ਦੇ ਵਿੱਚ ਵੀ ਕੋਈ ਦੋ ਰਾਮਾ ਨਹੀਂ ਹੈ ਕਿ ਅਮਰੀਕਾ ਦੇ ਘੱਟੋ ਘੱਟ ਮੈਂ ਸਮਝਾਂਗਾ 65 to 70% ਟਾਊਨ ਜਿਹੜੇ ਨੇ ਉਹਨਾਂ ਦੇ ਵਿੱਚ ਸਿੱਖ ਲੋਕਾਂ ਦੀ ਜਿਹੜੀ ਹੈ ਉਹ ਦਖਲਅੰਦਾਜ਼ੀ ਟਾਊਨਾਂ ਦੇ ਵਿੱਚ ਹੈਗੀ ਹੈ। ਔਰ ਪੋਲੀਟੀਕਲ ਲੋਕਾਂ ਨਾਲ, ਲੋਕਲ ਮੇਅਰ ਨਾਲ, ਸਾਰਿਆਂ ਨਾਲ ਉਹ ਫੰਡਿੰਗ ਵੀ ਕਰਦੇ ਆ, ਔਰ ਆਪਣੇ ਬੰਦਿਆਂ ਨਾਲੋਂ ਵੱਧ ਫੰਡਿੰਗ ਜਿਹੜੀ ਹੈ ਉਹ ਕੋਈ ਵੀ ਨਹੀਂ ਕਰਦਾ। ਠੀਕ ਹੈ ਨਾ ਜੀ। ਇਹਦੇ ਨਾਲ ਇੱਕ ਕੰਪੇਨ ਦੇ ਵਿੱਚ ਹੋਰ ਸ਼ਾਮਲ ਕੀਤਾ ਜਾਣਾ ਚਾਹੀਦਾ ਕਿ ਜਿੱਥੇ ਟਾਊਨ ਦੇ ਵਿੱਚ ਤੁਹਾਡੀ ਅੱਛੀ ਗੱਲਬਾਤ ਹੈ, ਉੱਥੇ ਦੇ ਮੇਅਰ ਨਾਲ ਗੱਲ ਕਰਕੇ, ਉੱਥੇ ਦੇ ਬੋਰਡ ਆਫ ਐਜੂਕੇਸ਼ਨ ਨਾਲ ਗੱਲ ਕਰਕੇ, ਘੱਟੋ ਘੱਟ ਉੱਥੇ ਦੇ ਸਥਾਨਕ ਸਕੂਲ ਦੇ ਵਿੱਚ ਉਸ ਬੰਦਿਆਂ ਦੀ ਜ਼ਿੰਮੇਵਾਰੀ ਹੋਵੇ ਸਾਡੇ ਟਾਊਨ ਦੇ ਵਿੱਚ ਸਕੂਲ ਦੇ ਬੱਚਿਆਂ ਨੂੰ ਇਹ ਡਾਕੂਮੈਂਟਰੀ ਇੰਨੇ ਵਜੇ ਤੋਂ ਇੰਨੇ ਵਜੇ ਤੱਕ 1 ਘੰਟੇ ਦੀ ਸਕੂਲ ਦੇ ਵਿੱਚ ਹੀ ਦਿਖਾ ਲਈ ਜਾਣੀ ਹੈ। ਇਹ ਨਾਲ ਮੇਰਾ ਖਿਆਲ ਹੈ ਕਿ ਇਨੀਸ਼ੀਏਟਿਵ ਨਹੀਂ ਹੋਏਗਾ। ਬਿਲਕੁਲ ਜੀ, ਬਹੁਤ ਜੀ ਯਾਰ, ਔਰ ਬਿਲਕੁਲ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ। ਇਹ ਬੜਾ ਅੱਛਾ ਸੁਜੈਸ਼ਨ ਹੈ ਤੁਹਾਡੀ ਜੀ। ਅਸੀਂ ਤਾਂ ਇਹ ਚਾਹਾਂਗੇ ਵੀ ਈਵਨ ਜੇ ਥੀਏਟਰ ਰੈਂਟ ਕਰਕੇ ਤੁਸੀਂ ਆਪਣੇ ਬੁਲਾਓ ਸਾਰੇ ਟੀਚਰਸ ਨੂੰ, ਇਲੈਕਟਡ ਅਫੀਸ਼ੀਅਲਸ ਨੂੰ ਜੀ, ਐਕੈਡਮਿਸ਼ੀਅਨਸ ਨੂੰ ਸਾਰੇ, ਤਾਂ ਕਿ ਉੱਥੇ ਆ ਕੇ ਦੇਖਣ, ਨਾਲੇ ਉਹਨਾਂ ਨੂੰ ਖਾਣਾ ਪਿਆਣਾ ਖਵਾਓ, ਲੰਗਰ ਛਕਾਓ, ਨਾਲੇ ਉਹ ਡਾਕੂਮੈਂਟਰੀ ਦੇਖਣ। ਵੀ ਇਹ ਸਾਡੇ ਕੋਲ ਇੱਕ ਵਧੀਆ ਟੂਲ ਹੈ ਬੱਚਿਆਂ ਨੂੰ ਵੀ, ਕਿਉਂਕਿ ਇਹਦੇ ਨਾਲ ਕੀ ਹੈ ਕਿ ਸਕੂਲਾਂ ਦੇ ਵਿੱਚੋਂ ਬੁਲਿੰਗ ਖਤਮ ਹੋਏਗੀ। ਬਿਲਕੁਲ ਡਿਸਕ੍ਰਿਮੀਨੇਸ਼ਨ ਖਤਮ ਹੋਏਗੀ। ਬਿਲਕੁਲ ਜੀ, ਬਿਲਕੁਲ। ਔਰ ਯੂਨੀਵਰਸਿਟੀਆਂ, ਕਾਲਜਸ ਦੇ ਵਿੱਚ ਇਹਨੂੰ ਪਹੁੰਚਾਇਆ ਜਾ ਸਕਦਾ ਹੈ, ਕਿਉਂਕਿ ਹਾਲੇ ਤੱਕ ਤਾਂ ਸਾਡੇ ਕੋਲ ਕੋਈ, ਜਦੋਂ ਇਹਨਾਂ ਨੂੰ ਅਸੀਂ $5,000 ਰਿਸਰਚ ਕਰਨ ਲਈ ਦਿੱਤੇ ਸੀ ਨਾ ਜੀ, ਉਹਨਾਂ ਨੇ ਸਾਰਾ ਰਿਸਰਚ ਕੀਤਾ। ਉਹ ਕਹਿੰਦੇ ਤੁਹਾਡੇ ਗੁਰੂ ਦੇ ਉੱਤੇ ਤਾਂ ਕੁਝ ਹੈ ਹੀ ਨਹੀਂ ਮਟੀਰੀਅਲ, ਕੋਈ ਡਾਕੂਮੈਂਟਰੀ ਹਾਲੇ ਤੱਕ ਨਹੀਂ, ਕੋਈ ਮੂਵੀ ਨਹੀਂ ਬਣਾਈ ਅਸੀਂ ਕਦੀ, ਕੋਈ ਇੱਕ ਵਧੀਆ ਹਾਈ ਲੈਵਲ ਦਾ ਰਿਸਪੈਕਟੇਬਲ ਕਲਿੱਪ ਨਹੀਂ ਹੈ ਗੁਰੂ ਨਾਨਕ ਸਾਹਿਬ ਬਾਰੇ। ਸੋ ਇਹ ਪਹਿਲੀ ਵਾਰ ਬਣਨ ਜਾ ਰਿਹਾ। ਸੋ ਆਈ ਫੀਲ ਕਿ ਇਹ ਸਾਡੇ ਲਈ ਬੜੀ ਵਧੀਆ ਅਪਰਚੂਨਿਟੀ ਹੈ। ਦੂਜੀ ਗੱਲ ਮੈਂ ਤੁਹਾਨੂੰ ਇੱਕ ਸ਼ੇਅਰ ਕਰਦਾ। ਮੈਂ ਹੁਣ ਇੰਡੀਆ ਗਿਆ ਸੀਗਾ ਤੇ ਮੈਂ ਜਾ ਕੇ ਦੇਖਣਾ ਚਾਹੁੰਦਾ ਸੀ ਵੀ ਇੰਡੀਆ ਦੇ ਵਿੱਚ ਵੀ ਲੋਕਾਂ ਨੂੰ ਕਿੰਨਾ ਕੁ ਪਤਾ ਹੈ ਗੁਰੂ ਨਾਨਕ ਸਾਹਿਬ ਬਾਰੇ। ਨਹੀਂ ਪਤਾ। ਹਾਂਜੀ। ਹੁਣ ਦਿੱਲੀ ਦੇ ਵਿੱਚ ਇੰਡੀਆ ਹੈਬਿਟਾਟ ਸੈਂਟਰ ਹੈ, ਜਿਹੜਾ ਕਿ ਦਿੱਲੀ ਦਾ ਸਭ ਤੋਂ ਜਿਹੜਾ ਇੰਟੈਲੈਕਚੁਅਲ ਸੈਂਟਰ ਹੈ। ਉੱਥੇ ਥਿੰਕਰਸ, ਰਾਈਟਰਸ, ਐਕਟਰਸ ਸਾਰੇ ਉੱਥੇ ਆਉਂਦੇ ਨੇ। ਅਸੀਂ ਉੱਥੇ ਪਹੁੰਚ ਗਏ, 4-5 ਬੰਦਿਆਂ ਦੀ ਟੀਮ। ਅਸੀਂ 25 ਬੰਦਿਆਂ ਨੂੰ ਇੰਟਰਵਿਊ ਕੀਤਾ ਜੀ, ਨੌਜਵਾਨਾਂ ਤੋਂ ਲੈ ਕੇ 18 ਸਾਲ ਦੇ ਨੌਜਵਾਨ ਤੋਂ ਲੈ ਕੇ 45 ਸਾਲ ਤੱਕ ਦੇ ਕੁੜੀਆਂ ਮੁੰਡਿਆਂ ਨੂੰ, ਕਾਲਜ ਸਟੂਡੈਂਟਸ ਹੋਰਾਂ ਨੂੰ। ਅਸੀਂ ਪੁੱਛਿਆ ਵੀ ਤੁਹਾਨੂੰ ਪਤਾ ਵੀ ਗੁਰੂ ਨਾਨਕ ਕੌਣ ਆ? ਉਹ ਕਹਿੰਦੇ ਜੀ ਉਹ ਤੁਹਾਡਾ ਲੀਡਰ ਹੈ, ਸਿੱਖਾਂ ਦਾ ਲੀਡਰ ਹੈ। ਅਸੀਂ ਕਿਹਾ ਜੀ ਕੋਈ ਲਾਈਨ ਉਹਨਾਂ ਬਾਰੇ, ਕੋਈ ਉਹਨਾਂ ਦਾ ਮੈਸੇਜ? ਕਹਿੰਦੇ ਜੀ ਨਹੀਂ, ਸਾਨੂੰ ਤਾਂ ਪਤਾ ਨਹੀਂ ਹੈ। ਮੈਨੇ 0% ਹੈਡ ਨੋ ਕਲੂ। ਸਿਰਫ ਇੱਕ ਲੇਡੀ ਜਿਹੜੀ ਦਿੱਲੀ ਦੀ ਰਹਿਣ ਵਾਲੀ, ਉਹਨੇ ਕਿਹਾ ਜੀ ਮੈਨੂੰ ਇੱਕ ਗੱਲ ਬਸ ਉਹਨਾਂ ਦੀ ਯਾਦ ਹੈ, ਨਾਨਕ ਨਾਮ ਚੜ੍ਹਦੀ ਕਲਾ। ਉਸ ਕਹਿੰਦੀ ਮੈਨੂੰ ਇੰਨਾ ਕੁ ਪਤਾ। ਸੋ ਆਹ ਹਾਲ ਹੈ ਸਾਡਾ ਹਿੰਦੁਸਤਾਨ ਦੇ ਵਿੱਚ। 250 ਮੀਲ ਪੰਜਾਬ ਤੋਂ ਦੂਰ ਹੈ ਦਿੱਲੀ, ਤੇ 10 ਲੱਖ ਬੰਦਾ ਉੱਥੇ ਦਿੱਲੀ ਪੰਜਾਬ ਜਾਂਦਾ। ਗੁਜਰਾਤੀ, ਹਿੰਦੀ ਗੁਜਰਾਤੀ ਦੇ ਨਾਲ ਕਿਸੇ ਨਾਲ ਬੋਲੋ ਨਾ ਤੇ ਉਹ ਕਹੇਗਾ ਨਹੀਂ, ਹਿੰਦੀ तो आपकी पंजाब वालों की भाषा है। बिल्कुल। वो मतलब सानू ये गल कह देंगे, क्योंकि दिल्ली, पंजाब, हरियाणा
ਉਹ ਸਾਰੇ ਨੂੰ ਇੱਕ ਜ਼ੋਨ ਸਮਝਦੇ ਆ। ਬਿਲਕੁਲ। ਸੋ ਮੈਂ ਤਾਂ ਤੁਹਾਡੇ ਰਾਹੀਂ ਇਹੀ ਬੇਨਤੀ ਕਰਾਂਗਾ ਕਿ ਜਿਹੜੇ ਕੈਨੇਡਾ 'ਚ ਸਿੱਖ ਰਹਿ ਰਹੇ ਨੇ, ਯੂਕੇ 'ਚ ਰਹਿ ਰਹੇ ਨੇ, ਹੋਰਾਂ ਥਾਵਾਂ ਦੇ ਉੱਤੇ, ਉੱਥੇ ਤੁਸੀਂ ਇਹੀ ਕੰਮ ਉੱਥੇ ਵੀ ਰਿਪੀਟ ਕੀਤਾ ਜਾ ਸਕਦਾ। ਡਾਕੂਮੈਂਟਰੀ ਹੁਣ ਤਿਆਰ ਹੈ, ਇਹ ਹਰ ਕੰਟਰੀ 'ਚ ਲਿਜਾਈ ਜਾ ਸਕਦੀ ਹੈ, ਪਰ ਨਾਲ ਦੀ ਨਾਲ ਅਸੀਂ ਚਾਹਾਂਗੇ ਵੀ ਤੁਸੀਂ ਮਾਰਕੀਟਿੰਗ ਟੀਮਾਂ ਹਾਇਰ ਕਰੋ। ਇਹ ਕੰਮ ਸਾਨੂੰ ਹੁਣ ਕਰਨਾ ਚਾਹੀਦਾ, ਸਾਇੰਟੀਫਿਕ ਢੰਗ ਨਾਲ ਕਰਨਾ ਚਾਹੀਦਾ। ਨਗਰ ਕੀਰਤਨ ਤਾਂ ਹੋਣੇ ਹੀ ਹੋਣੇ ਆ। ਡਾਕਟਰ ਸਾਹਿਬ ਇੱਕ ਗੱਲ ਮੈਂ ਹੋਰ ਜ਼ਰੂਰ ਪੁੱਛਣੀ ਹੈ ਕਿ ਡਾਕਟਰ ਰਾਜਵੰਤ ਨੇ ਜੇਕਰ ਪੈਸੇ ਵੱਧ ਕਮਾਉਣੇ ਹੋਣ ਤੇ ਮੇਰਾ ਖਿਆਲ ਹੈ ਕਿ ਇੱਕ ਕਲੀਨਿਕ ਖੋਲ੍ਹਣ ਨੂੰ ਹੋਰ ਜ਼ਿਆਦਾ ਟਾਈਮ ਨਹੀਂ ਲੱਗਦਾ ਕਿ ਇੱਕ ਕਲੀਨਿਕ ਹੋਰ ਕਿਸੇ ਟਾਊਨ ਦੇ ਵਿੱਚ ਹੋਰ ਖੋਲ੍ਹ ਦਿਓ। ਬਿਲਕੁਲ। ਡਾਕਟਰ ਇੰਨੀ ਕੁ ਬਿਜ਼ੀ ਹੈ ਅੱਜ ਕੱਲ੍ਹ, ਬਹੁਤ ਜ਼ਿਆਦਾ ਬਿਜ਼ੀ ਹੁੰਦੇ ਨੇ। ਹਾਂਜੀ ਹਾਂਜੀ। ਪਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਪਿਛਲੇ ਸਮੇਂ ਦੇ ਵਿੱਚ ਤੁਸੀਂ ਜ਼ੋਖਮ ਦੇ ਵਿੱਚ ਪਾ ਕੇ ਕਦੇ ਪਾਕਿਸਤਾਨ, ਇੰਡੀਆ ਔਰ ਅਮਰੀਕਾ ਦੇ ਨੁੱਕਰ ਦੇ ਵਿੱਚ, ਸਾਨੂੰ ਤਾਂ ਕਈ ਵਾਰੀ ਪਤਾ ਹੀ ਇਹ ਲੱਗਦਾ ਹੁੰਦਾ ਸੀ, ਅਸੀਂ ਆਪਣੇ ਆਪ ਨੂੰ ਸਮਝਦੇ ਸੀ ਕਿ ਅਸੀਂ ਬੜੀ ਟਰੈਵਲਿੰਗ ਕਰਦੇ ਹਾਂ, ਪਰ ਬਾਅਦ 'ਚ ਪਤਾ ਲੱਗਿਆ ਵੀ ਡਾਕਟਰ ਸਾਹਿਬ ਤੋਂ ਵੱਧ ਟਰੈਵਲਿੰਗ ਨਹੀਂ ਕਰਦੇ। ਕਿਉਂਕਿ ਮੈਂ ਇਹ ਦੇਖਦਾ ਸੀ ਵੀ ਅੱਜ ਗੱਲ ਤੇ ਹੋਈ ਸੀ ਵਾਸ਼ਿੰਗਟਨ DC ਤੇ ਸਵੇਰੇ ਫੇਸਬੁੱਕ ਦੇ ਉੱਤੇ ਪਤਾ ਲੱਗਿਆ ਹੋਇਆ ਕਿ ਓਰੇਗਨ ਬੈਠੇ ਨੇ। ਮਤਲਬ ਇਸ ਤਰ੍ਹਾਂ ਦੀਆਂ ਮੈਂ ਆਪ ਦੇਖੀਆਂ, ਕੋਈ ਮੈਂ ਸਿਫਤ ਸਲਾਹ ਗੁਰੂ ਨੇ ਬਸ। ਹਾਂਜੀ। ਤੇ ਇਹ ਜਿਹੜਾ ਮਤਲਬ ਫੰਡ ਇਕੱਠੇ ਹੋਏ, ਇੰਨੀ ਕੰਪੇਨ ਚੱਲੀ ਔਰ ਉਹਦੇ ਵਿੱਚੋਂ ਹਰ ਸਮਾਜ ਦੇ ਵਿੱਚ ਨਾਪੱਖੀ ਹੁੰਗਾਰੇ ਵਾਲੇ ਲੋਕ ਹੁੰਦੇ ਨੇ। ਬਿਲਕੁਲ ਜੀ, ਬਿਲਕੁਲ। ਜਿਨ੍ਹਾਂ ਦਾ ਕੰਮ ਜਿਹੜਾ ਉਹ ਪ੍ਰਮਾਤਮਾ ਨੇ ਡਿਊਟੀ ਨੁਕਤਾਚੀਨੀ ਦੀ ਲਾਈ ਹੁੰਦੀ ਹੈ ਕਿ ਉਹਨਾਂ ਨੇ ਕਿਤੇ ਨਾ ਕਿਤੇ ਠੱਕ 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 ਕਰੀ ਜਾਣੀ ਹੁੰਦੀ ਹੈ। ਜਿਵੇਂ ਮੈਂ ਸਮਝਾਂਗਾ ਕਿ ਐਡਕ ਦੇ ਵਿੱਚ ਕਾਟੋ ਵੜ ਗਈ ਤੇ ਪਿੰਜਰੇ ਤੋਂ ਬਿਨਾਂ ਰਾਸ ਨਹੀਂ ਆਉਂਦੀ। ਮਤਲਬ ਇਦਾਂ ਦੀ ਕਟਕਟ ਤੁਹਾਡੇ ਬਾਰੇ ਵਿੱਚ ਹੋਈ, ਕੋਈ ਹਿਸਾਬ ਕਿਤਾਬ ਬਾਰੇ ਦੱਸ ਦਿਓਗੇ ਕਿ ਭਾਈ ਕਿਸੇ ਨੂੰ ਸ਼ੱਕ ਨਹੀਂ ਹੋਣਾ? ਹਾਂਜੀ, ਨਹੀਂ ਬਿਲਕੁਲ ਜੀ, ਇਹ ਬੜਾ ਅੱਛਾ ਕੀਤਾ ਤੁਸੀਂ ਸਵਾਲ ਕੀਤਾ, ਕਿਉਂਕਿ ਦੇਖੋ 95% ਸਿੱਖਾਂ ਨੇ, ਅਸੀਂ ਪਹਿਲਾਂ ਜਦੋਂ ਪੋਲਿੰਗ ਵੀ ਕੀਤੀ ਸੀ ਵੀ ਸਾਨੂੰ ਇਹ ਕੰਮ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ, 95 ਨੇ ਕਿਹਾ ਜੀ ਹੋਣਾ ਚਾਹੀਦਾ, ਕਰੋ ਮੀਡੀਆ ਦਾ ਕੰਮ ਜੀ। ਤੇ ਜਦੋਂ ਅਸੀਂ ਮੰਗੇ ਪੈਸੇ, ਲੋਕਾਂ ਨੇ ਦਿਲ ਖੋਲ ਕੇ ਪੈਸੇ ਦਿੱਤੇ ਨੇ, ਤੇ ਅਸੀਂ ਇਸ ਗੱਲ ਦਾ ਬਿਲਕੁਲ ਪਾਈ ਦਾ ਹਿਸਾਬ ਰੱਖਿਆ ਜੀ। ਮੈਨੇ ਜਿਸ ਤਰ੍ਹਾਂ, ਜੇ ਤੁਸੀਂ ਵੈਬਸਾਈਟ ਤੇ ਜਾਓ, ਉਹਦੇ ਵਿੱਚ 2014, 2015, 2016, 2017, ਹਾਂਜੀ 17 ਦਾ ਅਖੀਰ ਤੱਕ ਦਾ ਸਾਰਾ, ਅਜੇ 18 ਦਾ ਅਸੀਂ ਰਿਲੀਜ਼ ਨਹੀਂ ਕੀਤਾ, 18 ਚ ਕਿਉਂਕਿ ਘੱਟ ਐਕਟੀਵਿਟੀ ਹੋਈ ਹੈ, 17 ਦੇ ਸਭ ਤੋਂ ਜ਼ਿਆਦਾ ਹੋਈ ਹੈ। ਤੇ ਤੁਸੀਂ ਦੇਖੋਗੇ ਵੀਰ ਜੀ ਵੀ ਸਾਰਾ ਕੁਝ ਉਹਦੇ 'ਚ ਡਾਕੂਮੈਂਟਡ ਹੈ। ਇੱਕ ਵੀ ਚੈੱਕ ਉਹਦੇ ਤੇ ਇਹ ਨਹੀਂ ਲਿਖਿਆ ਹੋਏਗਾ ਵੀ ਡਾਕਟਰ ਰਾਜਵੰਤ ਸਿੰਘ ਦੇ ਪਰਸਨਲ ਯੂਜ਼ ਲਈ ਵਰਤਿਆ ਗਿਆ, ਤੇ ਕੋਈ EMPLOYE ਨਹੀਂ ਹੈ। ਦੇਖੋ ਬਾਕੀ ਸਾਰੀਆਂ ਜਥੇਬੰਦੀਆਂ ਬੜਾ ਸੋਹਣਾ ਕੰਮ ਕਰ ਰਹੀਆਂ ਨੇ, ਉਹਨਾਂ ਨੇ EMPLOYEES ਰੱਖੇ ਹੋਏ ਨੇ, $1 ਮਿਲੀਅਨ ਦਾ ਬਜਟ ਹੈ, $500,000 ਦਾ ਬਜਟ ਹੈ, EMPLOYEES ਕੰਮ ਕਰ ਰਹੇ ਨੇ। ਇੱਥੇ ਸਾਰਾ ਕੰਮ ਜਿਹੜਾ ਹੋਇਆ ਹੈ 3 ਸਾਲ, ਹਾਂਜੀ ਮੈਨੇ $1.3 ਮਿਲੀਅਨ ਤੋਂ ਉੱਪਰ ਜਿਹੜੇ ਪੈਸੇ ਇਕੱਠੇ ਕਰਕੇ ਸਾਰਾ ਜਿਹੜਾ ਕੰਮ ਹੋਇਆ, ਤੁਸੀਂ ਭੱਜ ਨੱਠ ਸਾਰਾ ਵੋਲੰਟੀਅਰ ਕੰਮ ਹੋਇਆ, ਕਿਸੇ ਇੱਕ ਬੰਦੇ ਨੇ ਤਨਖਾਹ ਨਹੀਂ ਲਈ ਇਹਦੇ ਤੇ। ਸੋ ਇਸ ਗੱਲ ਦਾ ਬਿਲਕੁਲ ਚਿੰਤਾ ਕਿਸੇ ਨੂੰ ਕਰਨ ਦੀ ਲੋੜ ਨਹੀਂ ਹੈ ਵੀ ਕਿਸੇ ਪਰਸਨਲ ਯੂਜ਼ ਲਈ ਪੈਸੇ ਵਰਤੇ ਗਏ ਨੇ। ਤੇ ਜਿਹੜੀ ਸਟ੍ਰੈਟਜੀ ਸੀ ਉਹ ਵੀ ਅਸੀਂ ਪੂਰੀ ਉਹਦੀ ਪਾਰਦਰਸ਼ਤਾ ਰੱਖੀ ਸੀ ਵੀ ਇਹ ਕੰਮ ਅਸੀਂ ਇਤਨਾ ਕਰਨਾ ਹੈ, ਇੰਨੇ ਐਡ ਇੱਥੇ ਚੱਲਣੇ ਨੇ, ਫਰੈਜ਼ਨੋ ਸ਼ਹਿਰ 'ਚ ਚੱਲੂਗਾ, ਉਹਦੀ ਪੋਲਿੰਗ ਹੋਏਗੀ, ਉਹਦਾ ਹਿਸਾਬ, ਉਹ ਸਾਰਾ ਕੁਝ ਸਾਡੇ ਕੋਲ ਇਨਵੋਇਸਿਸ ਨੇ ਵੀ ਕਿੰਨੇ ਪੈਸੇ ਕਿਹਨੂੰ, ਕਿਹੜੇ ਚੈਨਲ ਨੂੰ ਗਏ ਨੇ, ਕਿੰਨੇ ਪੈਸੇ। ਹੁਣ ਵੈਬਸਾਈਟ ਹੈ, $50,000 ਦੀ ਵੈਬਸਾਈਟ ਬਣੀ ਹੈ, ਜਿਹੜੀ ਕਿ ਇਸ ਕਿਸਮ ਦੀ ਵੈਬਸਾਈਟ ਕਦੀ ਸਿੱਖਾਂ ਨੇ ਕਦੀ ਬਣਾਈ ਨਹੀਂ, ਕਿਸੇ ਹੋਰ ਕਮਿਊਨਿਟੀ ਨੇ ਨਹੀਂ ਬਣਾਈ ਇਸ $50,000, ਜਿਹਦੇ ਵਿੱਚ ਬਿਲ ਕਲਿੰਟਨ ਦਾ ਜਿਹੜਾ ਰਾਈਟਰ ਹੈ ਉਹ ਉਹਨੂੰ ਐਡਿਟ ਕਰ ਰਿਹਾ, ਮੇਰਾ ਬਿਲ ਕਲਿੰਟਨ ਦਾ ਸਪੀਚ ਰਾਈਟਰ। ਸੋ ਉਸ ਕਿਸਮ ਦਾ ਹਾਈ ਲੈਵਲ ਦਾ ਕੰਮ ਕਰਾਉਣ ਤੋਂ ਬਾਅਦ ਵੀ ਅਸੀਂ ਸਾਰਾ ਕੁਝ ਪਾਰਦਰਸ਼ਤਾ ਰੱਖੀ ਹੋਈ ਹੈ, ਉਹਦੇ 'ਚ ਸਾਰੇ ਵੈਬਸਾਈਟ ਦੇ ਖਰਚੇ ਲਿਖੇ ਨੇ ਜੀ। ਸੋ ਇਸ ਗੱਲ ਦੀ ਬਿਲਕੁਲ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਪਰਮਾਤਮਾ ਰੱਖੇ ਡਾਕਟਰ ਸਾਹਿਬ, ਔਰ ਮੈਂ ਇਹ ਗੱਲ ਜ਼ਰੂਰ ਕਹਾਂਗਾ ਕਿ ਇਸੇ ਤਰ੍ਹਾਂ ਤੁਸੀਂ ਇਸ ਮਿਸ਼ਨ ਨੂੰ ਅੱਗੇ ਲੈ ਕੇ ਜਾਓਗੇ, ਔਰ ਮੇਰਾ ਖਿਆਲ ਹੈ ਕਿ ਆਪਣੀ ਕਮਿਊਨਿਟੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਸ ਡਾਕੂਮੈਂਟਰੀ ਦੇ ਉੱਤੇ ਜਿਹੜੀ ਸਾਰੀ ਗੱਲਬਾਤ ਆਉਣ ਵਾਲੇ ਸਮੇਂ ਦੇ ਵਿੱਚ, ਫਿਊਚਰ ਦੇ ਵਿੱਚ ਜਿਸ ਤਰ੍ਹਾਂ ਅੱਗੇ ਕਦਮ ਵੱਧਦੇ ਜਾਣਗੇ, ਜਿਸ ਤਰ੍ਹਾਂ ਨੈਸ਼ਨਲ ਸਿੱਖ ਕੰਪੇਨ ਦਾ ਦੂਜਾ ਫੇਜ਼ ਜਿਹੜਾ ਹੈ 2019 ਦਾ ਸ਼ੁਰੂ ਹੋਏਗਾ, ਉਸ ਦਾ ਵੀ ਅਸੀਂ ਆਪਣੇ ਇੱਥੇ ਲਾਈਵ ਪ੍ਰੋਗਰਾਮਾਂ ਦੇ ਰਾਹੀਂ ਆਪਣੀ ਕਮਿਊਨਿਟੀ ਨੂੰ ਜਿਹੜੀ ਹੈ ਉਹ ਜਾਣਕਾਰੀ ਜ਼ਰੂਰ ਦਿੰਦੇ ਰਵਾਂਗੇ। ਬਿਲਕੁਲ ਜੀ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ। ਤੁਹਾਡਾ ਵੀ ਬਹੁਤ ਧੰਨਵਾਦ। ਤੁਹਾਡੀ ਸਪੋਰਟ ਦੇ ਨਾਲ ਕਾਫੀ ਜਿਹੜਾ ਇਸ ਕੈਂਪੇਨ ਨੂੰ ਸਕਸੈਸ ਦਾ ਮੇਰਾ ਕਾਰਨ ਮਿਲਿਆ। ਨਹੀਂ ਬਹੁਤ ਸ਼ੁਕਰੀਆ। ਸੋ ਦੋਸਤੋ ਇਜਾਜ਼ਤ ਦਿਓ, ਕੋਈ ਵੀ ਸਵਾਲ ਹੋਵੇ ਤੁਹਾਨੂੰ, ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ, ਔਰ ਅਸੀਂ ਤੁਹਾਡੀ ਹਰ ਗੱਲ ਦਾ ਜਿਹੜਾ ਹੈ ਉਹ ਇਸ ਜਗ੍ਹਾ ਤੋਂ ਜਵਾਬ ਦੇਵਾਂਗੇ। ਔਰ ਤੁਸੀਂ ਬਕਾਇਦਾ ਤੌਰ ਦੇ ਉੱਤੇ ਜਿਹੜੀ ਹੈ ਉਹ ਨੈਸ਼ਨਲ ਸਿੱਖ ਕੰਪੇਨ ਦੀ ਵੈਬਸਾਈਟ ਹੈ ਉਸ ਦੇ ਉੱਤੇ ਵੀ ਜਾ ਸਕਦੇ ਹੋ, www.sikhcampaign.org ਦੇ ਉੱਤੇ ਜਾ ਕੇ ਇਸ ਦੇ ਉੱਤੋਂ ਸਾਰਾ ਕੁਝ ਜਿਹੜਾ ਭਲੀ ਭਾਂਤ ਜਾਣ ਸਕਦੇ ਹੋ। ਸੋ ਡਾਕਟਰ ਸਾਹਿਬ ਬਹੁਤ ਸ਼ੁਕਰੀਆ। ਬਹੁਤ ਧੰਨਵਾਦ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।